ਸਤਿ ਸ਼੍ਰੀ ਅਕਾਲ ਸਾਰਿਆਂ ਦਾ। ਤਿਆਰੀ ਦੇ ਆਪਣੇ 23rd ਡੇ ਸਾਰਿਆਂ ਨੂੰ ਸਵਾਗਤ ਹੈ। ਆਪਾਂ ਐਨਸੀਈਆਰਟੀ ਅਤੀਤ ਪੜ੍ਹ ਰਹੇ ਸੀ, ਮੱਧਕਾਲੀਨ ਭਾਰਤ। ਅੱਜ ਆਪਣਾ ਮੱਧਕਾਲੀਨ ਭਾਰਤ ਦਾ ਲੈਕਚਰ 11। ਅੱਜ ਆਪਾਂ ਸਿੱਖ ਤੇ ਮਰਾਠਾ ਸਾਮਰਾਜ ਬਾਰੇ ਪੜ੍ਹਨਾ ਤੇ ਕਿੱਦਾਂ ਮੁਗਲ ਇੰਪਾਇਰ ਖਤਮ ਹੋਇਆ, ਉਹ ਸਾਰੀਆਂ ਚੀਜ਼ਾਂ ਨੂੰ ਆਪਾਂ ਪੜ੍ਹਦੇ ਹੋਏ ਇੱਥੇ ਤੱਕ ਆਵਾਂਗੇ। ਤੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਕਿਸ ਤਰੀਕੇ ਨਾਲ ਮੁਗਲ ਸਾਮਰਾਜ ਜਿਹੜਾ ਸੀਗਾ, ਏਡਾ ਵੱਡਾ ਉਹਨਾਂ ਨੇ ਇੰਪਾਇਰ ਬਣਾਇਆ ਸੀ, ਉਹ ਕਿਸ ਤਰੀਕੇ ਨਾਲ ਖਤਮ ਹੋਣਾ ਸ਼ੁਰੂ ਹੋਇਆ, ਉਸ ਚੀਜ਼ ਬਾਰੇ ਆਪਾਂ ਪੜ੍ਹਦੇ ਹਾਂ। ਦੇਖੋ, ਇਹ ਸਾਰੀ ਕਹਾਣੀ, ਇੱਕ ਮੈਂ ਤੁਹਾਨੂੰ ਹੁਣ ਕਹਾਣੀ ਦੱਸਣ ਲੱਗਿਆ। ਇਹ ਕਹਾਣੀ ਸ਼ੁਰੂ ਹੁੰਦੀ ਹੈ ਤੁਹਾਡੇ ਸ਼ਾਹਜਹਾਨ ਤੋਂ। ਸ਼ਾਹਜਹਾਨ ਨੇ ਆਪਣੇ ਭਾਰਤ ਵਿੱਚ ਜਿਹੜਾ ਤਾਜ ਮਹਿਲ ਹੈ ਆਪਣਾ, ਉਹ ਬਣਵਾਇਆ, ਲਾਲ ਕਿਲਾ ਬਣਵਾਇਆ। ਇਹ ਜਿੰਨੀਆਂ ਵੀ ਇਮਾਰਤਾਂ ਬਣਵਾਈਆਂ, ਇਹ ਸਾਰੀਆਂ ਬਹੁਤ ਹੀ ਮਹਿੰਗੀਆਂ ਬਣੀਆਂ। ਇੱਕ ਤਾਂ ਠੀਕ ਹੈ, ਤਾਂ ਆਪਣੀ ਭਾਰਤ ਦੇ ਅੰਦਰ ਇੱਕ ਤਾਂ ਆਪਣੀ ਤਾਕਤ ਦਾ ਵੀ ਪ੍ਰਤੀਕ ਹੈ, ਤੇ ਦੂਜਾ ਆਪਣੇ ਪੂਰੇ ਸੱਭਿਆਚਾਰ ਦਾ ਵੀ ਪ੍ਰਤੀਕ ਹੈ। ਜਿਹੜੇ ਪੂਰੇ ਭਾਰਤ ਦਾ ਸੱਭਿਆਚਾਰ ਹੈ ਉਹਦਾ ਪ੍ਰਤੀਕ ਹੈ ਦੋਨੋਂ। ਪਰ ਇਹਨਾਂ ਨੂੰ ਬਣਾਉਣ ਪਿੱਛੇ ਬਹੁਤ ਜ਼ਿਆਦਾ ਖਰਚਾ ਵੀ ਚੱਕਿਆ ਗਿਆ। ਇਹਦੇ ਕਾਰਨ ਕੀ ਸੀ, ਜਦੋਂ ਸ਼ਾਹਜਹਾਨ ਦਾ ਟਾਈਮ ਸੀ, ਉਸ ਟਾਈਮ ਤੁਹਾਡਾ ਮੁਗਲ ਇੰਪਾਇਰ ਸਾਰਾ ਕਰਜ਼ੇ ਵਿੱਚ ਆ ਗਿਆ ਸੀ। ਦੇਖੋ, ਦੁਨੀਆ ਦਾ ਸਭ ਤੋਂ ਅਮੀਰ ਇੰਪਾਇਰ ਬਣ ਚੁੱਕਿਆ ਸੀ ਜਦੋਂ ਆਹ ਸ਼ਾਹਜਹਾਨ ਤੇ ਔਰੰਗਜ਼ੇਬ ਦਾ ਜਿਹੜਾ ਟਾਈਮ ਸੀ। ਇਸ ਟਾਈਮ ਤੇ ਦੁਨੀਆ ਦਾ ਸਭ ਤੋਂ ਅਮੀਰ ਜਿਹੜਾ ਸਾਮਰਾਜ ਸੀਗਾ, ਉਹ ਮੁਗਲ ਸਾਮਰਾਜ ਸੀਗਾ। ਪਰ ਮੁਗਲਾਂ ਨੇ ਇੰਨੀ ਜਗ੍ਹਾ ਤੇ ਜੋ ਪੈਸੇ ਖਰਚ ਕੀਤੇ, ਤਾਂ ਵੀ ਕਰਜ਼ੇ ਵਿੱਚ ਆ ਗਏ ਸੀ। ਓਬਵੀਅਸਲੀ ਇੰਨੇ ਅਮੀਰ ਸੀ, ਚੁਕਾ ਤਾਂ ਦੇਣਾ ਸੀ, ਪਰ ਪਹਿਲਾਂ ਕਰਜ਼ੇ ਲੈ ਲਏ ਸੀ। ਤਾਂ ਹੁਣ ਜਦੋਂ ਤੁਸੀਂ ਕਰਜ਼ਾ ਚੱਕਿਆ ਹੋਵੇ, ਤੁਹਾਨੂੰ ਅੱਗੇ ਤਾਂ ਆਪਣੀ ਕਿੱਥੇ ਤੁਸੀਂ ਪੈਸੇ ਲਗਾਣੇ, ਉਹ ਪੈਸੇ ਤੇ ਕਟੌਤੀ ਕਰਨੀ ਪੈਣੀ ਹੈ। ਦੂਜਾ, ਸ਼ਾਹਜਹਾਨ ਤੋਂ ਬਾਅਦ ਕੁਰਸੀ ਸੰਭਾਲੀ ਆ ਔਰੰਗਜ਼ੇਬ ਨੇ। ਸ਼ਾਹਜਹਾਨ ਦੇ ਰੂਲ ਦੇ ਟਾਈਮ ਔਰੰਗਜ਼ੇਬ ਕਿੱਥੇ ਸੀ, ਇਹ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ। ਦੇਖੋ, ਸ਼ਾਹਜਹਾਨ ਦੇ ਟਾਈਮ ਜਿਹੜਾ ਔਰੰਗਜ਼ੇਬ ਸੀਗਾ, ਇਹ ਤੁਹਾਡੇ ਅੱਜ ਜੋ ਦੱਖਣ ਦਾ ਇਲਾਕਾ ਹੈਗਾ, ਇੱਥੇ ਹੀ ਪ੍ਰੈਜ਼ੈਂਟ ਸੀ। ਜਿਹੜਾ ਤੁਹਾਡਾ ਸਾਊਥ ਵਿੱਚ, ਸੈਂਟਰ ਵਿੱਚ ਸਾਰਾ ਦੱਖਣ ਦਾ ਏਰੀਆ ਹੈਗਾ, ਇਹਦਾ ਗਵਰਨਰ ਸੀਗਾ ਤੁਹਾਡਾ ਔਰੰਗਜ਼ੇਬ। ਇਹ ਸਾਰੇ ਏਰੀਆ ਦਾ ਮੁਖੀਆ ਸੀਗਾ ਤੁਹਾਡਾ ਔਰੰਗਜ਼ੇਬ। ਠੀਕ ਹੈ, ਸ਼ਾਹਜਹਾਨ ਦੇ ਬਿਹਾਫ ਤੇ ਸਾਰਾ ਥੱਲੇ ਸਾਊਥ ਇੰਡੀਆ ਨੂੰ ਇਹ ਦੇਖ ਰਿਹਾ ਸੀ। ਤੇ ਸ਼ਾਹਜਹਾਨ ਦੇ ਟਾਈਮ ਤੇ ਹੀ ਸ਼ੁਰੂਆਤ ਹੋਈ ਸੀ ਇੱਥੇ ਰਾਈਜ਼ ਹੋਣ ਦੀ, ਮਰਾਠਾਸ ਦੀ। ਇੱਥੇ ਮਰਾਠੇ ਰਾਈਜ਼ ਹੋਣੇ ਸ਼ੁਰੂ ਹੋਏ ਸੀ। ਮਰਾਠਾਸ ਦੇ ਰਾਈਜ਼ ਦੇ ਨਾਲ ਜਦੋਂ ਇੱਥੇ ਮਰਾਠਾ ਸਾਮਰਾਜ ਸ਼ੁਰੂ ਹੋਇਆ ਛੋਟੇ ਜਿਹੇ ਸਕੇਲ ਤੇ, ਔਰੰਗਜ਼ੇਬ, ਆਬਵੀਅਸਲੀ ਔਰੰਗਜ਼ੇਬ ਇੱਥੋਂ ਦਾ ਹੈਡ ਹੈ, ਤਾਂ ਔਰੰਗਜ਼ੇਬ ਨੇ ਬਹੁਤ ਲੜਾਈਆਂ ਲੜੀਆਂ ਇੱਥੋਂ ਦੀ, ਤਾਂ ਕਿ ਉਹ ਮਰਾਠਾ ਨੂੰ ਖਤਮ ਕਰ ਸਕੇ। ਪਰ ਖਤਮ ਤਾਂ ਉਹ ਨਹੀਂ ਕਰ ਪਾਇਆ ਸ਼ਾਹਜਹਾਨ ਦੇ ਟਾਈਮ, ਪਹਿਲੀ ਗੱਲ ਤਾਂ। ਪਰ ਉਹਦਾ ਇੱਕ ਆਬਸੈਸ਼ਨ ਬਣ ਗਿਆ, ਉਹਨੂੰ ਇਸ ਚੀਜ਼ ਤੋਂ ਬਹੁਤ ਜ਼ਿਆਦਾ ਹੋਣ ਲੱਗ ਗਿਆ ਕਿ ਮੈਂ ਖਤਮ ਕਿਉਂ ਨਹੀਂ ਇਹਨਾਂ ਨੂੰ ਕਰ ਪਾ ਰਿਹਾ। ਤੇ ਇਸੇ ਚੀਜ਼ ਨੇ ਉਹਦੇ ਦਿਮਾਗ ਤੇ ਇੰਨਾ ਹਾਵੀ ਹੋ ਗਈ ਇਹ ਚੀਜ਼, ਕਿ ਉਹਨੇ ਆਪਣੀ ਨਾ ਪੂਰੀ ਲਾਈਫ ਬਿਤਾਤੀ ਔਰੰਗਜ਼ੇਬ ਨੇ, ਕਿ ਉਹ ਮਰਾਠਿਆਂ ਨੂੰ ਖਤਮ ਕਰ ਦੇ। ਪਰ ਹੋਇਆ ਕਿ ਮਰਾਠਾ, ਦੇਖੋ ਮਰਾਠਿਆਂ ਦੀ ਕੋਈ ਵੱਡੀ ਫੌਜ ਨਹੀਂ ਸੀ, ਫੌਜ ਛੋਟੀ ਜੀ ਸੀ। ਪਰ ਇੱਥੇ ਉਹਨਾਂ ਨੇ ਜੋ ਜੀਓਗ੍ਰਾਫੀ, ਆਪਣੇ ਆਸ-ਪਾਸ ਭੂਗੋਲ ਦਾ ਸਾਰੇ ਦਾ ਫਾਇਦਾ ਚੱਕਿਆ, ਕਿਉਂਕਿ ਇੱਥੇ ਪਹਾੜ ਹੈਗੇ ਆ ਤੁਹਾਡੇ ਵੈਸਟਰਨ ਘਾਟ ਦੇ। ਠੀਕ ਹੈ, ਉਹਨਾਂ ਦਾ ਜਿੱਦਾਂ ਫਾਇਦਾ ਚੱਕਿਆ, ਸੰਕਰੀ ਗਲੀਆਂ 'ਚ ਫਸਾ ਕੇ ਵੱਡੀ ਤੋਂ ਵੱਡੀ ਮੁਗਲ ਸੈਨਾ ਕੁਝ ਨਹੀਂ ਕਰ ਸਕਦੀ ਸੀ ਫਿਰ। ਤਾਂ ਉਹਨਾਂ ਨੂੰ ਜਿੱਦਾਂ ਮਾਰਿਆ, ਇਸ ਤਰੀਕੇ ਨਾਲ ਮਰਾਠਾਸ ਜ਼ਿੰਦਾ ਬਣੇ ਰਹੇ। ਦੇਖੋ, ਔਰੰਗਜ਼ੇਬ ਨੇ ਆਪਣੀ ਸਾਰਾ ਪੈਸਾ, ਆਪਣੀ ਸਾਰੀ ਫੌਜ, ਸਭ ਕੁਝ ਇੱਥੇ ਲਾਤਾ ਸੀ। ਠੀਕ ਹੈ, ਸਾਰੀ ਫੌਜ ਲਾਤੀ, ਸਾਰਾ ਪੈਸਾ ਇੱਥੇ ਲਾਤਾ ਕਿ ਕਿਸੇ ਵੀ ਤਰੀਕੇ ਨਾਲ ਮਰਾਠਾਵਾਂ ਨੂੰ ਹਰਾਣਾ। ਪਰ ਸਾਰੀ ਉਮਰ 'ਚ ਹਰਾ ਨਹੀਂ ਪਾਇਆ, ਪਰ ਇਹਦੇ ਕਾਰਨ ਬਹੁਤ ਸਾਰਾ ਪੈਸਾ, ਬਹੁਤ ਸਾਰੀ ਫੌਜ, ਇਹ ਸਾਰੀ ਚੀਜ਼ਾਂ ਦਾ ਨੁਕਸਾਨ ਚੱਕਣਾ ਪਿਆ ਔਰੰਗਜ਼ੇਬ। ਤਾਂ ਜਿਹੜਾ ਇੰਪਾਇਰ ਆਲਰੇਡੀ ਕਮਜ਼ੋਰ ਹੋ ਰਿਹਾ ਸੀ ਸ਼ਾਹਜਹਾਨ ਦੇ ਖਰਚੇ ਨਾਲ, ਔਰੰਗਜ਼ੇਬ ਦੇ ਇਸ obsession ਨਾਲ ਹੋਰ ਜ਼ਿਆਦਾ ਖਤਰੇ ਵਿੱਚ ਆ ਗਏ। ਇਹ ਜੋ ਉਹਦੇ ਦਿਮਾਗ ਤੇ ਇਹ ਚੀਜ਼ ਹਾਵੀ ਹੋਈ ਸੀ, ਇਹਦੇ ਨਾਲ ਹੋਰ ਜ਼ਿਆਦਾ ਫਾਈਨੈਂਸ਼ੀਅਲੀ ਹੋਰ ਜ਼ਿਆਦਾ ਟਰਬਲ 'ਚ ਆ ਗਿਆ, ਫੌਜ ਵੀ ਬਹੁਤ ਜ਼ਿਆਦਾ ਨੁਕਸਾਨ 'ਚ ਆ ਗਈ। ਤਾਂ ਬਹੁਤ ਵੱਡੀ ਪ੍ਰੋਬਲਮ ਉਹਨਾਂ ਦੇ ਅੱਗੇ ਪਹਿਲਾਂ ਹੀ ਆ ਗਈ ਸੀ। ਦੂਜੇ ਪਾਸੇ ਕੀ ਪ੍ਰੋਬਲਮ ਆ ਰਹੀ ਸੀ, ਦੇਖੋ ਆਪਾਂ ਪਿਛਲੇ ਲੈਕਚਰ 'ਚ ਪੜ੍ਹਿਆ ਸੀ, ਕਿਸੇ ਵੀ ਜਿਹੜਾ ਵੀ ਬੰਦਾ ਮੁਗਲ ਕੋਰਟ ਵਿੱਚ ਰੱਖਿਆ ਜਾਂਦਾ ਸੀ ਕਿਸੇ ਵੀ ਸੇਵਾ ਤੇ, ਉਹਦੇ ਬਦਲੇ ਉਹਨੂੰ ਮਨਸਬ ਦਿੱਤੇ ਜਾਂਦੇ ਸੀ, ਜ਼ਮੀਨ ਦਾ ਟੁਕੜਾ ਦਿੱਤਾ ਜਾਂਦਾ ਸੀ ਜਿਹਦੇ ਉੱਤੇ ਉਹ ਰਾਜ ਕਰਦਾ ਸੀ। ਸੌਰੀ, ਜ਼ਮੀਨ ਦਾ ਟੁਕੜਾ ਦਿੱਤਾ ਜਾਂਦਾ ਜਿੱਥੋਂ ਉਹ ਰੈਵਨਿਊ ਲੈਂਦਾ ਸੀ। ਠੀਕ ਹੈ, ਉਹ ਸਾਰਾ ਦਾ ਸਾਰਾ ਆਪਣੀ ਤਨਖਾਹ ਉੱਥੋਂ ਹੀ ਲੈਂਦਾ ਸੀ, ਜਿੰਨਾ ਰੈਵਨਿਊ ਉੱਥੋਂ ਆਊਗਾ ਉਹਦੀ ਤਨਖਾਹ ਹੋਊਗੀ। ਹੁਣ ਹੋਇਆ ਕਿ
ਔਰੰਗਜ਼ੇਬ ਦੇ ਰੂਲ ਆਂਦੇ ਆਂਦੇ ਭਾਰਤ ਵਿੱਚ ਜਿੰਨਾ ਇਹਨਾਂ ਨੇ ਕਿੰਗਡਮ ਬਣਾਇਆ ਹੋਇਆ ਸੀ ਨਾ, ਇਹ ਹੋਰ ਨਵੇਂ ਇਲਾਕਿਆਂ ਤੇ ਕਬਜ਼ਾ ਨਹੀਂ ਕਰ ਪਾ ਰਹੇ ਸੀ। ਠੀਕ ਹੈ, ਤਾਂ ਇਹਨਾਂ ਦੀਆਂ ਬਾਉਂਡਰੀਆਂ ਆ ਕੇ ਫਿਕਸ ਹੋ ਗਈਆਂ ਸੀ। ਤੇ ਬਲਕਿ ਇਹਨਾਂ ਦੇ ਅੰਦਰ ਹੁਣ ਇੱਕ ਸਾਈਡ ਤੇ ਮਰਾਠਾ ਆਪਣਾ ਕਿੰਗਡਮ ਬਣਾ ਰਿਹਾ, ਇੱਕ ਸਾਈਡ ਤੇ ਸਿੱਖ ਇੰਪਾਇਰ ਬਣਨ ਲੱਗ ਗਿਆ, ਹੋਰ ਛੋਟੀ ਮੋਟੀ ਬਗਾਵਤਾਂ ਹੋਰ ਹੋ ਰਹੀਆਂ, ਤਾਂ ਜਿੰਨਾ ਏਰੀਆ ਉਹ ਵੀ ਛੋਟਾ ਹੋਈ ਜਾ ਰਿਹਾ ਤੇ ਨਵਾਂ ਏਰੀਆ ਕਿਤੋਂ ਕੋਈ ਐਡ ਨਹੀਂ ਹੋ ਰਿਹਾ, ਕੋਈ ਨਵਾਂ ਕਿਤੇ ਕਬਜ਼ਾ ਕਰ ਨਹੀਂ ਪਾ ਰਹੇ। ਹੁਣ ਇਹਦੇ ਕਾਰਨ ਹੋਇਆ ਕਿ ਦੇਖੋ ਇਸੇ ਟਾਈਮ ਤੇ ਤੁਹਾਡੇ ਮਨਸਬਦਾਰ ਹੋਰ ਰੱਖੇ ਜਾ ਰਹੇ ਸੀ, ਤੁਹਾਡੇ ਹੋਰ ਲੋਕ ਮੁਗਲ ਦੀ ਸਰਵਿਸ ਵਿੱਚ ਹੋਰ ਲੋਕਾਂ ਨੂੰ ਤੁਸੀਂ ਵੀ ਆ ਜਾਓ, ਬਗਾਵਤ ਨਾ ਕਰੋ, ਸਾਡੇ ਇੰਪਾਇਰ ਵਿੱਚ ਸ਼ਾਮਿਲ ਹੋ ਜਾਓ। ਤੁਸੀਂ ਸ਼ਾਮਿਲ ਤਾਂ ਕਰੀ ਜਾ ਰਹੇ ਹੋ, ਪਰ ਉਹੀ ਅੰਦਰ ਵਾਲੇ ਲੋਕਾਂ ਨੂੰ ਸ਼ਾਮਿਲ ਕਰੀ ਜਾ ਰਹੇ ਹੋ, ਹੋਰ ਨਵੀਂ ਜ਼ਮੀਨ ਕੋਈ ਆ ਨਹੀਂ ਰਹੀ। ਹੁਣ ਹੋਇਆ ਕਿ ਇੱਕ ਟਾਈਮ ਤੇ ਤੁਹਾਡੇ ਮਨਸਬਦਾਰ ਇੰਨੇ ਜ਼ਿਆਦਾ ਹੋ ਗਏ ਕਿ ਇੰਨੀ ਜ਼ਮੀਨ ਅਵੇਲੇਬਲ ਨਹੀਂ। ਠੀਕ ਹੈ, ਹੁਣ ਮੰਨ ਲਓ 4 ਮਨਸਬਦਾਰ ਹੈ, ਜ਼ਮੀਨ 2 ਦੀ ਅਵੇਲੇਬਲ ਹੈ। ਫਿਰ ਇਹਦੇ ਕਾਰਨ ਕੀ ਕਰਨਾ ਪੈਂਦਾ ਸੀ ਕਿ ਮਨਸਬ ਹੁਣ ਹਰ ਟਾਈਮ ਹਰ ਬੰਦੇ ਕੋਲੇ ਨਹੀਂ ਰਹਿੰਦਾ ਸੀ। ਮਨਸਬਦਾਰ ਦੀ ਵਾਰੀ ਲੱਗਦੀ ਸੀ ਕਿ ਆ ਪਹਿਲੇ 6 ਮਹੀਨੇ ਤੁਸੀਂ ਰੱਖ ਲਓ, ਅਗਲੇ 6 ਮਹੀਨੇ ਤੁਸੀਂ ਲੈ ਲਿਓ। ਠੀਕ ਹੈ, 6-6 ਮਹੀਨੇ ਇਦਾਂ ਵੰਡੀ ਜਾਓ। ਫਿਰ ਹੋਰ ਮਨਸਬਦਾਰ ਜਿਵੇਂ ਜਿਵੇਂ ਜੁੜਦੇ ਗਏ, 3 ਮਹੀਨੇ ਕਰ ਲਿਓ, 3 ਮਹੀਨੇ ਤੁਸੀਂ ਕਰ ਲਿਓ, ਇਦਾਂ ਇਦਾਂ ਉਸ ਜ਼ਮੀਨ ਨੂੰ ਸ਼ੇਅਰ ਕਰਨਾ ਪਿਆ। ਹੁਣ ਇਹਦੇ ਕਾਰਨ ਕੀ ਹੋਇਆ ਕਿ ਦੇਖੋ ਲੋਕਾਂ 'ਚ ਨਾ ਆਪਸ ਕੰਪੀਟੀਸ਼ਨ ਕਰਨਾ ਪੈ ਗਿਆ, ਕਿਉਂਕਿ ਲੋਕਾਂ ਨੂੰ ਇੱਕ ਟਾਈਮ ਤੇ ਜਾ ਕੇ 2-2 3-3 ਸਾਲ ਵੀ ਵੇਟ ਕਰਨੀ ਪੈਂਦੀ ਸੀ ਕਿ ਮੈਨੂੰ ਆਹ ਮਨਸਬ ਕਦੋਂ ਮਿਲੂਗਾ। ਤਾਂ ਲੋਕਾਂ 'ਚ ਲਾਲਚ ਆਉਣ ਲੱਗਿਆ। ਤਾਂ ਇਹਦੇ ਕਾਰਨ ਕੀ ਹੋਇਆ, ਜਿੰਨੇ ਵੀ ਆਪਣੇ ਮੁਗਲ ਕੋਰਟ ਦੇ ਅੰਦਰ ਤੁਹਾਡੇ ਲੋਕ ਸੀਗੇ, ਪਹਿਲੇ ਤਾਂ ਉਹ ਅੱਡ-ਅੱਡ ਗੁੱਟਾਂ ਵਿੱਚ ਬਣ ਗਏ। ਜਿਵੇਂ ਕਿ ਤੁਹਾਡੇ ਇਰਾਨੀਅਨ ਗਰੁੱਪ ਤੇ ਤੁਰਾਨੀਅਨ ਗਰੁੱਪ ਹੋ ਗਿਆ। ਇਰਾਨੀ ਗਰੁੱਪ ਤੇ ਤੁਰਾਨੀ ਗਰੁੱਪ ਹੋ ਗਿਆ। ਇਰਾਨੀ ਜਿਹੜੇ ਪਰਸ਼ੀਆ ਤੋਂ ਆਏ ਸੀ, ਤੁਰਾਨੀ ਜਿਹੜੇ ਤੁਰਕੀ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਆ ਸਾਰੇ ਇਲਾਕੇ ਤੋਂ ਆਏ ਸੀ। ਇਹਨਾਂ ਨੇ ਜਦੋਂ ਗੁੱਟ ਬਣਾ ਲਏ, ਇਹ ਸਾਰਿਆਂ ਦਾ ਗੁੱਟ ਦਾ ਕੋਸ਼ਿਸ਼ ਇਹੀ ਸੀ ਕਿ ਦੇਖੋ ਆਪਾਂ ਰਾਜੇ ਨੂੰ ਕਿਸ ਨਾ ਕਿਸ ਤਰੀਕੇ, ਜਿਹੜਾ ਮੁਗਲ ਐਮਪਰਰ ਹੈ, ਇਹਨੂੰ ਕਿਸ ਨਾ ਕਿਸ ਤਰੀਕੇ ਨਾਲ ਇਨਫਲੂਐਂਸ ਕਰੀਏ, ਇਹ ਬੰਦੇ ਨੂੰ ਆਪਾਂ ਕਨਵਿੰਸ ਕਰੀਏ, ਰਾਜੇ ਨੂੰ ਕਨਵਿੰਸ ਕਰੀਏ ਕਿ ਸਾਨੂੰ ਮਨਸਬ ਦੇ ਦਿਓ, ਆਪਾਂ ਉਹਨੂੰ ਖੁਸ਼ ਕਰੀਏ ਤੇ ਸਾਰੇ ਮਨਸਬ ਆਪਣਾ ਗੁੱਟ ਲੈ ਲੇ, ਆਪਾਂ ਸਾਰੇ ਐਸ਼ ਕਰਾਂਗੇ, ਬਾਕੀ ਸੜਦੇ ਆ ਸੜਨ ਤੋਂ ਕੋਈ ਗੱਲ ਨਹੀਂ। ਪਰ ਇਹਦੇ ਨਾਲ ਹੋਇਆ ਕਿ ਮੁਗਲ ਕੋਰਟ ਦੇ ਅੰਦਰ ਹੀ, ਠੀਕ ਹੈ, ਜਿਹੜਾ ਦਰਬਾਰ ਸੀ, ਦਰਬਾਰ ਦੇ ਅੰਦਰ ਹੀ ਕੰਪੀਟੀਸ਼ਨ ਸ਼ੁਰੂ ਹੋ ਗਿਆ। ਆਪਸ 'ਚ ਕਿੱਦਾਂ ਖਿੰਡਰਦਾ ਜਾ ਰਿਹਾ, ਕਿਸ ਦਾ ਧਿਆਨ ਨਹੀਂ ਹੈ, ਕਿਉਂਕਿ ਹਰ ਬੰਦੇ ਨੂੰ ਇਹ ਪਈ ਹੈ ਕਿ ਮੈਂ ਆਪਣਾ ਸਭ ਤੋਂ ਪਹਿਲਾਂ ਪੈਸਾ ਸਿਕਿਉਰ ਕਰ ਲਾਂ। ਉਹ ਇਹ ਦੇਖ ਹੀ ਨਹੀਂ ਰਿਹਾ ਕਿ ਜ਼ਮੀਨ ਤਾਂ ਹੋਰ ਘਟਦੀ ਜਾ ਰਹੀ ਹੈ। ਠੀਕ ਹੈ, ਇਹ ਪ੍ਰੋਬਲਮ ਦੇ ਨਾਲ-ਨਾਲ, ਕਿਉਂਕਿ ਹੁਣ ਮਨਸਬ ਨਾਲ ਇੱਕ ਹੋਰ ਪ੍ਰੋਬਲਮ ਵੀ ਜੁੜੀ ਸੀ। ਮਨਸਬ ਨਾਲ ਇੱਕ ਹੋਰ ਪ੍ਰੋਬਲਮ ਦੇਖੋ, ਜੋ ਮਨਸਬ ਇੰਨੇ ਘੱਟ ਟਾਈਮ ਲਈ ਮਿਲਦੇ ਸੀ, 3-3 ਮਹੀਨੇ ਲਈ ਮਿਲ ਰਹੇ ਆ। ਜਿਹਨੂੰ ਮਿਲ ਰਿਹਾ ਸੀ ਨਾ, ਉਹਨੂੰ ਕੋਸ਼ਿਸ਼ ਹੁੰਦੀ ਸੀ ਕਿ ਮੈਂ ਜਿੰਨਾ ਲੁੱਟ ਸਕਾਂ ਮੈਂ ਲੁੱਟ ਲਾਂ, ਤਾਂ ਕਿ ਮੇਰੇ ਕੋਲੇ ਪੈਸਾ ਰਹਿ ਜਾਏ। ਤਾਂ ਉਹ ਸਾਰਾ ਬਰਡਨ ਕੀ ਤੇ ਆਊਗਾ ਜਦੋਂ ਕੋਈ ਲੁੱਟਣ ਆਊਗਾ? ਕਿਸਾਨਾਂ ਤੇ, ਕਿਉਂਕਿ ਕਿਸਾਨ ਸਭ ਤੋਂ ਜ਼ਿਆਦਾ ਉਸ ਟਾਈਮ ਰੈਵਨਿਊ ਦਿੰਦੇ ਸੀ। ਹੁਣ ਜੋ ਕਿਸਾਨਾਂ ਨੂੰ ਲੱਗਦਾ ਸੀ ਇਹ ਤਾਂ ਹੱਦ ਤੋਂ ਜ਼ਿਆਦਾ ਰੈਵਨਿਊ ਮੰਗੀ ਜਾ ਰਹੇ, ਕਿਸਾਨ ਬਗਾਵਤ ਕਰ ਦਿੰਦੇ ਸੀ ਮੁਗਲ ਕੋਲ। ਤਾਂ ਭਾਰਤ ਵਿੱਚ ਜਗ੍ਹਾ-ਜਗ੍ਹਾ ਤੁਹਾਡੀ ਬਗਾਵਤਾਂ ਟਾਈਮ ਤੋਂ ਟਾਈਮ ਆਉਂਦੀਆਂ ਰਹਿੰਦੀਆਂ ਸੀ। ਤੇ ਉੱਥੇ ਵੀ ਮੁਗਲ ਫੌਜ ਭੇਜਣੀ ਪੈਂਦੀ ਸੀ ਕਿ ਇਹ ਬਗਾਵਤ ਨੂੰ ਕੁਚਲੋ, ਇਹ ਬਗਾਵਤ ਨੂੰ ਕੁਚਲੋ, ਅੱਡ-ਅੱਡ ਜਗ੍ਹਾ। ਤਾਂ ਫੌਜ ਇਹ 'ਚ ਵੀ ਲੱਗੀ ਪਈ ਆ, ਮਰਾਠਾ 'ਚ ਵੀ ਲੜਨ ਲੱਗੀ ਪਈ ਆ, ਸਿੱਖਾਂ ਨਾਲ ਵੀ ਲੜਨ 'ਚ ਲੱਗੀ ਪਈ ਆ, ਆਪਸ 'ਚ ਇਹ ਲੋਕ ਵੀ ਲੜੀ ਜਾ ਰਹੇ। ਤਾਂ ਇਦਾਂ ਦਾ ਸਮਰਾਜ ਤਾਂ ਖਤਮ ਹੋਣਾ ਹੀ ਸੀ। ਬਸ ਫਰਕ ਇਹ ਸੀ ਕਿ ਜਦ ਤੱਕ ਔਰੰਗਜ਼ੇਬ ਜ਼ਿੰਦਾ ਸੀ ਨਾ, ਕਿਸੇ ਵਿੱਚ ਹਿੰਮਤ ਨਹੀਂ ਸੀ, ਕਿਸੇ ਵੀ ਮਨਸਬਦਾਰ ਵਿੱਚ, ਕਿ ਉਹ ਬਗਾਵਤ ਕਰ ਸਕੇ, ਕਿਉਂਕਿ ਔਰੰਗਜ਼ੇਬ ਦਾ ਕਹਿਰ, ਡਰ ਹੀ ਬਹੁਤ ਜ਼ਿਆਦਾ ਸੀ। ਇਦਾਂ ਮੰਨਿਆ ਜਾਂਦਾ ਹੈ ਤੇ ਲਿਖੀ ਹੋਈ ਗੱਲ ਹੈ ਕਿ ਔਰੰਗਜ਼ੇਬ ਦੀ ਜੇ ਚਿੱਠੀ ਵੀ ਕਿਸੇ ਆਫੀਸਰ ਨੂੰ ਉਹਦੇ ਜਾਂਦੀ ਨਾ, ਆਊਟ ਆਫ ਫੀਅਰ, ਕਿ ਡਰ ਦੇ ਮਾਰੇ ਉਹ ਚਿੱਠੀ ਨੂੰ ਵੀ ਖੜੇ ਹੋ ਕੇ ਸੁਣਦਾ ਸੀ, ਕਿਉਂਕਿ ਉਹਨੂੰ ਪਤਾ ਸੀ ਜੇ ਔਰੰਗਜ਼ੇਬ ਨੂੰ ਪਤਾ ਚੱਲ ਗਿਆ ਨਾ ਕਿ ਮੈਂ ਬੈਠਾ ਹੋਇਆ ਸੀ ਜਦੋਂ ਚਿੱਠੀ ਆਈ ਹੈ ਤੇ ਮੈਂ ਆਰਾਮ ਨਾਲ ਸਪੋਜ਼ ਕੁਝ ਖਾ ਪੀ ਰਿਹਾ ਜਾਂ ਮੈਂ ਲੋਕਾਂ ਨਾਲ ਗੱਲਾਂ ਮਾਰ ਰਿਹਾ, ਔਰੰਗਜ਼ੇਬ ਨੂੰ ਜੇ ਲੱਗਿਆ ਕਿ ਮੇਰੀ ਬੇਇੱਜ਼ਤੀ ਆ, ਔਰੰਗਜ਼ੇਬ ਮਰਵਾ ਵੀ ਦਊਗਾ। ਤਾਂ ਲੋਕਾਂ 'ਚ ਇੰਨਾ ਖੌਫ ਸੀ ਔਰੰਗਜ਼ੇਬ ਦਾ ਕਿ ਲੋਕੀ ਖੜੇ ਹੋ ਕੇ ਉਹਦੀ ਲੈਟਰ ਤੱਕ ਖੜੇ ਹੋ ਕੇ ਸੁਣਦੇ ਸੀ। ਉਹਦੇ ਅੱਗੇ ਤਾਂ ਚਲੋ ਕੀ ਜਾਣਾ, ਦੂਰ ਦਰਾਸ ਉਹਦੀ ਲੈਟਰ ਦਾ ਵੀ ਖੌਫ ਹੁੰਦੇ ਸੀ। ਪਰ ਇਹ ਸੇਮ ਤਾਂ ਉਹਨੇ ਬਸ ਸਾਰੇ ਮੁਗਲ ਸਾਮਰਾਜ ਨੂੰ ਬਸ ਫੜ ਕੇ ਰੱਖਿਆ ਹੋਇਆ ਸੀ, ਜੋੜ ਕੇ ਰੱਖਿਆ ਹੋਇਆ ਸੀ। ਪ੍ਰੋਬਲਮ ਉਹਨੂੰ ਵੀ ਦਿਖ ਰਹੀਆਂ ਸੀ ਕਿ ਬਸ
ਖਤਮ ਹੋਣ ਵਾਲਾ ਸਮਰਾਜ, ਪਰ ਉਹ ਫੜ ਕੇ ਰੱਖਿਆ ਹੋਇਆ ਸੀ ਉਹਨੇ। ਪ੍ਰੋਬਲਮ ਉਦੋਂ ਆਈ ਜਦੋਂ ਔਰੰਗਜ਼ੇਬ ਦੀ 1707 ਵਿੱਚ ਮੌਤ ਹੋ ਗਈ। ਹੁਣ ਉਹਦੀ ਮੌਤ ਤੋਂ ਬਾਅਦ ਜਿੰਨੇ ਵੀ ਰੂਲਰ ਰਹੇ, ਜਿਵੇਂ ਆ ਤੁਹਾਡਾ ਫਰੁਖਸੀਅਰ ਹੋ ਗਿਆ, ਠੀਕ ਹੈ, ਆਲਮਗੀਰ ਹੋ ਗਿਆ, ਇਹ ਜਿੰਨੇ ਵੀ ਲੋਕ ਰਹੇ ਆ, ਇਹ ਕੋਈ ਵੀ ਇੰਨਾ ਸਟਰੋਂਗ ਸੀਗਾ ਹੀ ਨਹੀਂ ਕਿ ਖੁਦ ਆਪਣੇ ਆਪ ਨੂੰ ਐਮਪਰਰ ਐਜ਼ ਅ ਰਾਜਾ ਸਾਬਿਤ ਕਰ ਸਕੇ। ਇਹ ਜਿੰਨੇ ਵੀ ਤੁਹਾਡੇ ਮਨਸਬਦਾਰ ਸੀ ਜਾਂ ਕੋਰਟ ਵਿੱਚ ਜਿੰਨੇ ਲੋਕ ਸੀ, ਇਹਨਾਂ ਨੇ ਕੀ ਕਰਨਾ ਸ਼ੁਰੂ ਕੀਤਾ, ਇਹਨਾਂ ਨੇ ਲੈਟਸ ਸਪੋਜ਼ ਇਰਾਨੀਆਂ ਨੇ, ਲੈਟਸ ਸਪੋਜ਼ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਕਿ ਇਰਾਨੀਆਂ ਨੇ ਫਰੁਖਸੀਅਰ ਨੂੰ ਸਪੋਰਟ ਕਰਤਾ ਕਿ ਅਸੀਂ ਤੁਹਾਡੇ ਨਾਲ ਹੈ, ਪਰ ਇਹਦੀ ਕੰਡੀਸ਼ਨ ਇਹ ਹੈ ਕਿ ਮਨਸਬ ਸਾਨੂੰ ਮਿਲਣੇ ਚਾਹੀਦੇ। ਫਰੁਖਸੀਅਰ ਨੂੰ ਸਪੋਰਟ ਚਾਹੀਦੀ ਸੀ ਕਿਉਂਕਿ ਇੰਨੇ ਤਕੜੇ ਰਾਜਾ ਨਹੀਂ ਸੀ, ਉਹ ਮੰਨ ਜਾਂਦਾ ਸੀ ਕਿ ਚਲੋ ਠੀਕ ਹੈ ਮੈਂ ਤੁਹਾਨੂੰ ਦਊਂਗਾ, ਮੈਨੂੰ ਸਪੋਰਟ ਕਰੋ, ਠੀਕ ਹੈ, ਕਿ ਕੋਈ ਹੋਰ ਬਗਾਵਤ ਨਾ ਕਰੇ। ਪਰ ਜਦੋਂ ਹੁਣ ਤੁਰਾਨੀਆਂ ਨੂੰ ਜ਼ਮੀਨ ਨਹੀਂ ਮਿਲ ਰਹੀ, ਉਹ ਕੀ ਕਰਦੇ ਸੀ, ਉਹ ਫਰੁਖਸੀਅਰ ਨੂੰ ਉਹਨਾਂ ਨੇ ਮਰਵਾਤਾ, ਉਹਨਾਂ ਨੇ ਸਪੋਰਟ ਕਰਤੀ ਆਲਮਗੀਰ ਨੂੰ, ਤੇ ਆਲਮਗੀਰ ਨੂੰ ਕਿ ਸਾਨੂੰ ਮਨਸਬ ਦਿਓ, ਅਸੀਂ ਕਿਸੇ ਹੋਰ ਨੂੰ ਰਿਵੋਲਟ ਨਹੀਂ ਕਰਨ ਦਿੰਦੇ। ਬਾਅਦ ਚ ਦੂਜਾ ਗਰੁੱਪ ਆ, ਉਹ ਉਹਨਾਂ ਨੂੰ ਮਰਵਾ ਦੂਗਾ, ਠੀਕ ਹੈ। ਇਦਾਂ ਹੀ ਮੁਗਲ ਰਾਜਿਆਂ ਨਾਲ ਹੋ ਕੀ ਰਿਹਾ ਸੀ, ਇੱਕ ਤੋਂ ਬਾਅਦ ਇੱਕ ਸਾਰੇ ਦੇ ਸਾਰੇ ਜਿਹੜੇ ਮੁਗਲ ਰਾਜੇ, ਕਿਸੇ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਸੀ, ਕਿਸੇ ਦੀਆਂ ਅੱਖਾਂ ਕੱਢ ਦਿੱਤੀਆਂ ਜਾਂਦੀਆਂ ਸੀ, ਕਿਸੇ ਦੇ ਹੱਥ ਕੱਢ ਦਿੱਤੇ ਜਾਂਦੇ ਸੀ, ਆਪਸ ਚ ਹੀ ਇੰਨਾ ਲੜਨ ਲੱਗ ਗਏ, ਤੇ ਕਿਸੇ ਮੁਗਲ ਰਾਜੇ ਚ ਇੰਨੀ ਤਾਕਤ ਨਹੀਂ ਸੀ ਕਿ ਇਹਨਾਂ ਨੂੰ ਰੋਕ ਸਕੇ, ਤਾਂ ਆਪਣੇ ਆਪ ਹੀ ਸਾਰਾ ਦਾ ਸਾਰਾ ਇੰਪਾਇਰ ਖਤਮ ਹੁੰਦਾ ਗਿਆ, ਬਸ ਬਿਖਰਦੇ ਗਏ, ਕੋਈ ਕਿਸੇ ਨੂੰ ਨਹੀਂ ਰੋਕ ਰਿਹਾ ਸੀ। ਹੁਣ ਜਦੋਂ ਇਹ ਸਾਰਾ ਸਮਰਾਜ ਤੁਹਾਡਾ ਖਤਮ ਹੁੰਦਾ ਜਾ ਰਿਹਾ ਸੀ, ਭਾਰਤ ਦੇਖਣ ਕਿੱਦਾਂ ਲੱਗਿਆ? ਦੇਖੋ ਲੋਕਾਂ ਨੇ ਕੀ ਕੀਤਾ, ਬਹੁਤ ਸਾਰੇ ਤਾਂ ਤੁਹਾਡੇ ਫਿਰ ਏਰੀਆ ਇਹਨਾਂ ਦੇ ਕੰਟਰੋਲ ਤੋਂ ਵੈਸੇ ਹੀ ਛੁੱਟਣ ਲੱਗ ਗਏ। ਇਹਦੇ ਇਲਾਵਾ ਜਿੰਨੇ ਮਨਸਬਦਾਰ ਸੀ, ਜਿਹੜੇ ਸਿਆਣੇ ਸੀ, ਜਿਨ੍ਹਾਂ ਨੂੰ ਲੱਗਿਆ ਕਿ ਸਾਡੀ ਆਪਣੇ ਆਪ 'ਚ ਹੀ ਤਾਕਤ ਬਹੁਤ ਆ, ਆਪਾਂ ਕਿਉਂ ਸਾਰੀ ਕੋਰਟ ਪੋਲਿਟਿਕਸ ਵਿੱਚ ਲੱਗੇ ਹੋਏ ਆ, ਦਰਬਾਰ 'ਚ ਆ ਕੇ ਚੁਗਲੀਆਂ ਕਰ ਰਹੇ ਆ, ਠੀਕ ਹੈ, ਇਹ ਸਾਰੀ ਚੀਜ਼ ਲੱਗੇ ਆ। ਉਹਨਾਂ ਦਾ ਜਿਸ ਇਲਾਕੇ ਵਿੱਚ ਕੰਟਰੋਲ ਸੀਗਾ ਨਾ, ਉਹਨਾਂ ਨੇ ਜਾ ਕੇ ਉੱਥੇ ਆਪਣਾ ਹੀ ਕਿੰਗਡਮ ਬਣਾ ਲਿਆ, ਮੁਗਲ ਸਮਰਾਜ ਤੋਂ ਅੱਡ ਕਰ ਲਿਆ ਆਪਣੇ ਆਪ। ਕਰਦੇ ਕਰਾਂਦੇ ਮੁਗਲ ਸਮਰਾਜ ਕੁਛ ਹੀ ਸਾਲਾਂ ਵਿੱਚ ਇੰਨਾ ਕੋਈ ਰਹਿ ਗਿਆ ਸੀ ਕਿ ਬਸ ਦਿੱਲੀ ਦੇ ਆਸ-ਪਾਸ ਦਾ ਏਰੀਆ ਹੀ ਮੁਗਲਸ ਦਾ ਸੀ, ਬਸ ਬਾਕੀ ਸਾਰਾ ਭਾਰਤ ਕਿਸੇ ਹੋਰ ਦੇ ਕੰਟਰੋਲ ਵਿੱਚ ਆ ਚੁੱਕਿਆ ਸੀ, ਠੀਕ ਹੈ। ਜਿਵੇਂ ਕਿ ਜਿਵੇਂ ਆ ਦੇਖੋ 1707 ਵਿੱਚ ਤੁਹਾਡੀ ਔਰੰਗਜ਼ੇਬ ਦੀ ਡੈਥ ਹੋਈ ਹੈ, 1757 ਵਿੱਚ ਬ੍ਰਿਟਿਸ਼ ਨੇ ਬੰਗਾਲ ਤੇ ਕਬਜ਼ਾ ਕਰ ਲਿਆ ਸੀ, ਤੇ ਉਹ ਤੋਂ ਪਹਿਲਾਂ ਬੰਗਾਲ ਅੱਡ ਹੋ ਕੇ ਉਹਦੇ ਅੰਦਰ ਅਲੀਵਰਦੀ ਖਾਨ ਦਾ ਰੂਲ, ਸਿਰਾਜੁੱਦੌਲਾ ਜੀ ਤੋਂ ਬ੍ਰਿਟਿਸ਼ ਤੋਂ ਪਹਿਲਾਂ ਜੋ ਸੀਗਾ, ਉਹ ਸਾਰਿਆਂ ਨੇ ਕਬਜ਼ਾ ਕਰ ਲਿਆ। ਮੈਸੂਰ ਅੱਡ ਹੋ ਗਿਆ, ਮੈਸੂਰ ਚ ਤੁਹਾਡਾ ਪਹਿਲਾਂ ਵੋਡਿਆਰ ਪਰਿਵਾਰ ਨੇ ਅੱਡ ਕਰ ਲਿਆ, ਉਸ ਤੋਂ ਬਾਅਦ ਤੁਹਾਡਾ ਹੈਦਰ ਅਲੀ, ਟੀਪੂ ਸੁਲਤਾਨ, ਇਹਨਾਂ ਨੇ ਪੂਰਾ ਕੰਟਰੋਲ ਕਰਨਾ ਸ਼ੁਰੂ ਕਰਤਾ। ਮਰਾਠਾ ਸਮਰਾਜ ਜੋ ਛੋਟਾ ਜਿਹਾ ਰਹਿ ਗਿਆ ਸੀ ਔਰੰਗਜ਼ੇਬ ਦੀ ਡੈਥ ਤੋਂ ਪਹਿਲਾਂ, ਉਹ ਪੂਰਾ ਫੈਲ ਕੇ ਸਾਰੇ ਏਰੀਆ ਵਿੱਚ ਕਬਜ਼ਾ ਕਰ ਗਿਆ, ਜਿੱਥੇ ਜਿੱਥੇ ਮੁਗਲ ਏਰੀਆ ਖਤਮ ਹੋਇਆ। ਹੈਦਰਾਬਾਦ ਵਿੱਚ ਜਿਹੜਾ ਹੈਦਰਾਬਾਦ ਦਾ ਕਿੰਗਡਮ ਹੈ, ਇੱਥੇ ਮੁਗਲ ਕੋਰਟ ਦੇ ਟਾਈਮ ਵਿੱਚ ਹੀ ਇੱਕ ਬੰਦਾ ਵਜ਼ੀਰ ਤੱਕ ਰਿਹਾ, ਵਜ਼ੀਰ ਮਤਲਬ ਪ੍ਰਾਈਮ ਮਿਨਿਸਟਰ ਦੀ ਪੋਜੀਸ਼ਨ ਤੇ ਰਿਹਾ, ਠੀਕ ਹੈ, ਉਸ ਟਾਈਮ ਉਹਨਾਂ ਨੂੰ ਵਜ਼ੀਰ ਰੈਫਰ ਕੀਤਾ ਜਾਂਦਾ ਸੀ। ਵਜ਼ੀਰ ਚਿਨਕਲਿਚ ਖਾਨ, ਚਿਨਕਲਿਚ ਖਾਨ ਨੇ ਮੁਗਲ ਕੋਰਟ ਤੋਂ ਤੰਗ ਹੋ ਕੇ ਕਿ ਆ ਰੋਜ਼ ਕੀ ਪੋਲਿਟਿਕਸ ਖੇਲੀ ਜਾਓ, ਉਹਨੇ ਆਪਣਾ ਹੀ ਕਿੰਗਡਮ ਸਾਊਥ ਵਿੱਚ ਬਣਾ ਲਿਆ। ਇਸ ਤਰੀਕੇ ਨਾਲ ਸਾਰਾ ਉੱਤੇ ਪੰਜਾਬ ਤੁਹਾਡਾ ਸਿੱਖ ਇੰਪਾਇਰ ਅੱਡ ਬਣ ਲੱਗ ਗਿਆ। ਇਸ ਤਰੀਕੇ ਨਾਲ ਤੁਹਾਡੇ ਸਾਰੇ ਭਾਰਤ ਦੇ ਅੰਦਰ ਅੱਡ ਕਿੰਗਡਮ ਬਣ ਲੱਗ ਗਏ। ਹੁਣ ਹੋਇਆ ਕੀ, ਕਿੱਥੇ ਹੁਣ ਇਹ ਸਾਰੀ ਚੀਜ਼ ਦਾ ਅਸਰ ਕਿੱਥੇ ਜਾਂਦਾ ਹੈ? ਦੇਖੋ ਇਹ ਜੋ ਸਾਰਾ ਦਾ ਸਾਰਾ ਇੰਪਾਇਰ, ਮਤਲਬ ਹੁਣ ਤੁਹਾਨੂੰ ਇੱਕ ਹੋਰ ਫੈਕਟ ਇੱਥੇ ਦੱਸਦਾ, ਇਦਾਂ ਨਹੀਂ ਸੀ ਕਿ ਮੁਗਲ ਰਾਜੇ ਦਾ ਨਾਮ ਖਤਮ ਹੋ ਗਿਆ ਸੀ, ਮੁਗਲ ਕਿੰਗਡਮ ਖਤਮ ਹੋ ਗਿਆ। ਦੇਖੋ ਦਿੱਲੀ ਦੇ ਆਸ-ਪਾਸ ਹੀ ਰਹਿ ਗਏ, ਕੀ ਕਿੰਗਡਮ ਹੈ ਇਹ, ਠੀਕ ਹੈ। ਪਰ ਮੁਗਲ ਐਮਪਰਰ ਨੂੰ, ਜਿਹੜਾ ਵੀ ਮੁਗਲ ਰਾਜਾ ਹੁੰਦਾ ਸੀ, ਉਹਨੂੰ ਤਾਂ ਵੀ ਸਾਰੇ ਹਿੰਦੁਸਤਾਨ ਦਾ ਰਾਜਾ ਮੰਨਿਆ ਜਾਂਦਾ ਸੀ। ਸਾਰੇ ਭਾਰਤ ਦਾ ਐਮਪਰਰ ਕੌਣ ਹੈ? ਮੁਗਲ ਐਮਪਰਰ, ਠੀਕ ਹੈ। ਕਿਉਂ? ਐਡਾ ਛੋਟਾ ਜਿਹਾ ਇੰਪਾਇਰ ਹੈ, ਇਹ ਤਾਂ ਵੱਡਾ ਤਾਂ ਮਰਾਠਾਸ ਦਾ ਹੈ। ਇਦਾਂ ਕਿਉਂ? ਦੇਖੋ ਮੁਗਲਸ ਨੇ ਜਿੰਨੇ ਸਾਲ ਰਾਜ ਕੀਤਾ ਨਾ, ਮੁਗਲ ਨੇ ਆਪਣਾ ਇੱਕ ਔਰਾ ਬਣਾ ਲਿਆ ਕਿ ਅਸੀਂ ਉਹ ਰਾਜ ਪਰਿਵਾਰ ਦੇ ਲੋਕ ਹੈ ਜੋ ਸਾਰੇ ਭਾਰਤ ਦੇ ਉੱਤੇ ਕੰਟਰੋਲ ਕਰਦੇ ਹੈ। ਇੱਕ ਫਿਰ ਕਈ ਕਹਾਈ ਗੱਲ ਹੋ ਗਈ ਹੌਲੀ ਹੌਲੀ ਬਣਦੇ ਬਣਦੇ ਕਿ ਦੇਖੋ ਪੂਰੇ ਹਿੰਦੁਸਤਾਨ ਦਾ ਕੋਈ ਰਾਜਾ ਹੈਗਾ, ਉਹ ਮੁਗਲ ਰਾਜਾ ਹੀ ਹੈ। ਪਰ ਜਦੋਂ ਉਹਨਾਂ ਦੀ ਪਾਵਰ ਨਹੀਂ ਬਚੀ ਤਾਂ ਉਹਨਾਂ ਨੂੰ ਕੌਣ ਮੰਨਦਾ ਸੀ?
ਪੂਰੇ ਭਾਰਤ ਦਾ ਰਾਜ। ਦੇਖੋ ਉਹਨਾਂ ਨੂੰ ਹਰ ਜਗ੍ਹਾ ਮੰਨਿਆ ਜਾਂਦਾ ਸੀ, ਚਾਹੇ ਮਰਾਠਾ ਇੰਪਾਇਰ ਹੋਵੇ, ਚਾਹੇ ਹੈਦਰਾਬਾਦ ਹੋਵੇ। ਦੇਖੋ ਮਰਾਠਾ ਇੰਪਾਇਰ ਕਈ ਗੁਣਾ ਵੱਡਾ ਹੈ ਇਹ ਤੋਂ, ਪਰ ਇਹ ਸਿਰਫ ਨਾਮ ਦੇ ਹੀ ਪੂਰੇ ਭਾਰਤ ਦੇ ਹੋ ਰਹਿ ਗਏ ਸੀ, ਪਰ ਇਹ ਸੀਗੇ ਜ਼ਰੂਰ, ਠੀਕ ਹੈ, ਸਿਰਫ ਚਾਹੇ ਨਾਮ ਦੇ ਰਹਿ ਗਏ ਸੀ, ਪਰ ਇਹ ਪੂਰੇ ਭਾਰਤ ਦੇ ਐਮਪਰਰ ਜ਼ਰੂਰ ਸੀ। ਹਰ ਕੋਈ ਉਹਨਾਂ ਨੂੰ ਮੰਨਦਾ ਸੀ ਕਿ ਹਾਂ ਭਾਰਤ ਦਾ ਕੋਈ ਇੱਕੋ ਐਮਪਰਰ ਜਿਹੜਾ ਹੈਗਾ ਉਹ ਮੁਗਲ ਐਮਪਰਰ ਆ। ਉਹ ਇੱਕ ਸਿੰਗਲ ਅਥਾਰਟੀ ਜਿਹੜੀ ਰਹਿ ਗਈ ਨਾ, ਉਹ ਇਹੀ ਸੀ, ਚਾਹੇ ਨਾਮ ਦੇ ਹੀ ਰਹਿ ਗਏ ਸੀ, ਪਰ ਉਹ ਉਹਨਾਂ ਨੂੰ ਹਜੇ ਵੀ ਇਹੀ ਕਹਿੰਦੇ ਸੀ। ਤਾਂ ਜਦੋਂ ਫਰਾਈਡੇ ਪ੍ਰੇਅਰ ਹੁੰਦੀ ਜਾਂ ਖੁਤਬਾ ਜਾਰੀ ਕੀਤਾ ਜਾਂਦਾ, ਕੁਝ ਵੀ ਮਤਲਬ ਖੁਤਬਾ ਪੜ੍ਹਿਆ ਜਾਂਦਾ, ਕੋਈ ਆਰਡਰ ਜਾਰੀ ਕੀਤਾ ਜਾਂਦਾ ਜਾਂ ਕੋਈ ਕੋਇਨ ਨਵੇਂ ਜਾਰੀ ਕੀਤੇ ਜਾਂਦੇ, ਹਰ ਜਗ੍ਹਾ ਤੇ ਜੇ ਐਮਪਰਰ ਆਫ ਇੰਡੀਆ ਬਾਰੇ ਲਿਖਿਆ ਜਾ ਰਿਹਾ ਨਾ, ਉਹ ਮੁਗਲ ਐਮਪਰਰ ਬਾਰੇ ਲਿਖਿਆ ਜਾ ਰਿਹਾ। ਤਾਂ ਹੁਣ ਕੌਣ, ਜੇ ਮਰਾਠਾ ਇੰਪਾਇਰ ਐਡਾ ਵੱਡਾ ਹੋ ਗਿਆ, ਪਰ ਤੁਸੀਂ ਕਹਿ ਰਹੇ ਹੋ ਕਿ ਪੂਰੇ ਭਾਰਤ ਦਾ ਐਮਪਰਰ ਮੁਗਲ ਹੈ, ਤਾਂ ਮਰਾਠਾ ਦੀ ਸ਼ਾਨ ਕਿੱਦਾਂ ਹੋਗੀ? ਤਾਂ ਮਰਾਠਾਸ ਨੇ ਕੀ ਕੀਤਾ? ਦੇਖੋ ਸਭ ਤੋਂ ਵੱਡਾ ਇੰਪਾਇਰ ਇਹਨਾਂ ਨੇ ਬਣਾ ਲਿਆ। ਇਹਨਾਂ ਨੇ ਜਿਹੜਾ ਮੁਗਲ ਐਮਪਰਰ ਸੀ ਉਹਨੂੰ ਆਪਣੀ ਕਠਪੁਤਲੀ ਬਣਾ ਲਿਆ। ਹੁਣ ਆਹ ਸਾਰੀ ਕੋਰਟ ਪੋਲਿਟਿਕਸ ਤੋਂ ਉਹਨੂੰ ਬਾਹਰ ਕੱਢ ਕੇ, ਠੀਕ ਹੈ, ਉਹ ਦਿੱਲੀ ਤੇ ਹਮਲਾ ਕੀਤਾ, ਦਿੱਲੀ ਤੇ ਕਬਜ਼ਾ ਕਰ ਲਿਆ, ਮੁਗਲ ਐਮਪਰਰ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਤੇ ਉਹਨੂੰ ਇਹ ਬੋਲਿਆ ਕਿ ਦੇਖੋ ਕੁਰਸੀ ਤੇ ਤਾਂ ਤੁਸੀਂ ਬੈਠੇ ਰਹੋ, ਪਰ ਹੁਣ ਤੋਂ ਜੋ ਅਸੀਂ ਕਵਾਂਗੇ ਤੁਸੀਂ ਉਹ ਕਰੋ। ਇਹਦੇ ਬਦਲੇ ਜੇ ਤੁਹਾਡੇ ਉੱਤੇ ਕਦੀ ਵੀ ਹਮਲਾ ਹੁੰਦਾ ਹੈ, ਅਸੀਂ ਤੁਹਾਡੀ ਪ੍ਰੋਟੈਕਸ਼ਨ, ਤੁਹਾਡੀ ਰੱਖਿਆ ਲਈ ਆਵਾਂਗੇ। ਹੁਣ ਦੇਖੋ ਇੱਕ ਚੀਜ਼ ਦੇਖੋ, ਜੇ ਤੁਸੀਂ ਕਹਿ ਰਹੇ ਹੋ ਕਿ ਮੈਂ ਲੈਟਸ ਸਪੋਜ਼ ਪੂਰੇ ਭਾਰਤ ਦਾ ਮੈਂ ਐਮਪਰਰ ਆ, ਪਰ ਤੁਸੀਂ ਮੈਨੂੰ ਆ ਕੇ ਕਹਿ ਰਹੇ ਹੋ ਕਿ ਤੁਸੀਂ ਮੈਨੂੰ ਪ੍ਰੋਟੈਕਸ਼ਨ ਦਿਓਗੇ, ਤਾਂ ਮੇਰੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਤਾਂ ਤੁਸੀਂ ਹੋਏ ਨਾ, ਕਿਉਂਕਿ ਪ੍ਰੋਟੈਕਸ਼ਨ ਤਾਂ ਤੁਸੀਂ ਦੇ ਰਹੇ ਹੋ। ਮੈਂ ਤਾਂ ਸਿਰਫ ਨਾਮ ਦਾ ਹੀ ਐਮਪਰਰ ਰਹਿ ਗਿਆ ਨਾ, ਕਿਉਂਕਿ ਮੈਂ ਆਪਣੀ ਖੁਦ ਦੀ ਰੱਖਿਆ ਵੀ ਨਹੀਂ ਕਰ ਸਕਦਾ, ਉਹ ਵੀ ਤੁਸੀਂ ਕਰ ਰਹੇ ਹੋ ਨਾ। ਤਾਂ ਮੈਂ ਐਮਪਰਰ ਸਿਰਫ ਨਾਮ ਦਾ। ਹੁਣ ਇੱਥੇ ਪਾਵਰ ਦਾ ਅਹਿਸਾਸ ਹੁੰਦਾ ਸੀ। ਜਿਹੜਾ ਬੰਦਾ ਮੁਗਲ ਐਮਪਰਰ ਨੂੰ ਆਪਣੀ ਪ੍ਰੋਟੈਕਸ਼ਨ ਵਿੱਚ ਲੈ ਪਾਊਗਾ, ਉਹ ਸਭ ਤੋਂ ਵੱਡਾ, ਉਹ ਸਭ ਤੋਂ ਵੱਡੀ ਪਾਵਰ ਹੋਗੀ ਭਾਰਤ ਵਿੱਚ। ਇਹ ਹੁਣ ਚੀਜ਼ ਸ਼ੁਰੂ ਹੋ ਗਈ ਸੀ ਹਿੰਦੁਸਤਾਨ ਵਿੱਚ, ਜਿਹੜਾ ਬੰਦਾ ਮੁਗਲ ਐਮਪਰਰ ਨੂੰ ਆਪਣੀ ਪ੍ਰੋਟੈਕਸ਼ਨ ਵਿੱਚ ਲੈ ਪਾਊਗਾ, ਉਹ ਸਭ ਤੋਂ ਵੱਡੀ ਪਾਵਰ ਹੋਊਗੀ ਭਾਰਤ ਵਿੱਚ। ਤਾਂ ਇਹ ਕੰਪੀਟੀਸ਼ਨ ਚੱਲਦਾ ਸੀ ਕਿ ਮੁਗਲ ਐਮਪਰਰ ਮਾਰਦੇ ਨਹੀਂ ਸੀ, ਮਤਲਬ ਮਰੇ ਜਾਂ ਕੁਛ, ਠੀਕ ਹੈ, ਉਸ ਤੋਂ ਬਾਅਦ ਵੀ ਜਿਹੜਾ ਨਹੀਂ ਮੰਨਦਾ ਸੀ ਉਹਨੂੰ ਮਾਰ ਦਿੰਦੇ ਸੀ, ਫਿਰ ਕਿਸੇ ਹੋਰ ਨੂੰ ਬਿਠਾ ਦਿੰਦੇ ਸੀ। ਮੁਗਲ ਪਰਿਵਾਰ ਤਾਂ ਵੱਡਾ ਹੀ ਸੀ ਨਾ, ਕਿਸੇ ਹੋਰ ਨੂੰ ਚੱਕ ਕੇ ਬਿਠਾ ਦੋ। ਤਾਂ ਇਦਾਂ ਕੁਰਸੀ ਤੇ ਬਿਠਾ ਤਾਂ ਦਿੰਦੇ, ਪਰ ਉਹੀ ਕਹਿੰਦੇ ਜੋ ਅਸੀਂ ਕਵਾਂਗੇ ਹੁਣ ਉਹੀ ਕਰਨਾ ਹੈ, ਤੇ ਉਹਦੇ ਬਦਲੇ ਅਸੀਂ ਤੈਨੂੰ ਪ੍ਰੋਟੈਕਸ਼ਨ ਦਿੰਨੇ ਆ ਆਪਣੀ, ਠੀਕ ਹੈ। ਤੇ ਇਸ ਤਰੀਕੇ ਨਾਲ ਸਾਰਾ ਭਾਰਤ ਦਿਖਣ ਲੱਗ ਗਿਆ ਸੀ। ਕਲੀਅਰ ਹੈ? ਹੁਣ ਗੱਲ ਕਰੀਏ ਸਿੱਖ ਸਮਰਾਜ ਦੀ। ਦੇਖੋ ਸਿੱਖ ਸਮਰਾਜ ਤੁਹਾਡੀ ਦੀ ਸਥਾਪਨਾ ਕੀਤੀ 1699 ਅਨੰਦਪੁਰ ਸਾਹਿਬ ਵਿੱਚ। ਉਹਦੇ ਆਸ-ਪਾਸ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਐਜ਼ ਅ ਕਿੰਗਡਮ ਵੀ ਐਸਟੈਬਲਿਸ਼ ਕਰਨਾ ਸ਼ੁਰੂ ਕੀਤਾ, ਪਰ ਬਹੁਤ ਸਾਰੇ ਆਸ-ਪਾਸ ਜਿਹੜੇ ਪਹਾੜੀ ਰਾਜੇ ਸੀ, ਉਹਨਾਂ ਨੂੰ ਸਿੱਖ ਇੰਪਾਇਰ ਦੀ ਐਕਸਪੈਂਸ਼ਨ ਤੋਂ ਥੋੜਾ ਡਰ ਸੀ। ਉਹਨਾਂ ਨੇ ਮੁਗਲ ਤੇ ਔਰੰਗਜ਼ੇਬ ਤੋਂ ਮਦਦ ਮੰਗੀ, ਠੀਕ ਹੈ, ਜਿੱਥੇ ਫਿਰ ਫਾਈਨਲੀ ਸੀਜ ਹੋਈ ਸੀ ਤੁਹਾਡੇ ਅਨੰਦਪੁਰ ਸਾਹਿਬ ਦੀ। ਤੇ ਬਾਅਦ ਜੋ ਪੂਰੇ ਸਟਰਗਲ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣੀ ਮਾਰਟੀਰਡਮ ਵੀ ਦੇਣਾ ਪਿਆ, ਆਪਣੀ ਸ਼ਹੀਦੀ ਵੀ ਦੇਣੀ ਪਈ। ਤੇ ਉਦੋਂ ਬਾਅਦ ਪਰ ਉਹਨਾਂ ਨੇ ਸਿੱਖ ਐਜ਼ ਅ ਜੋ ਡਿਫਰੈਂਟ ਰਿਲੀਜਨ ਐਜ਼ ਅ ਖਾਲਸਾ ਐਸਟੈਬਲਿਸ਼ ਕੀਤਾ ਸੀ, ਉਹਨੂੰ ਅੱਗੇ ਵਧਾਉਣ ਦਾ ਤੇ ਇੰਡੀਪੈਂਡੈਂਸ ਜਿੱਤਣ ਦਾ ਜੋ ਜ਼ਿੰਮਾ ਦਿੱਤਾ, ਉਹ ਬੰਦਾ ਸਿੰਘ ਬਹਾਦਰ ਨੂੰ ਦਿੱਤਾ ਸੀ। ਬੰਦਾ ਸਿੰਘ ਬਹਾਦਰ ਨੇ ਹੋਰ ਰਾਜਿਆਂ ਨੂੰ ਆਪਣੇ ਨਾਲ ਜੋੜਿਆ, ਮੁਗਲ ਸਮਰਾਜ ਨਾਲ ਲੜਾਈਆਂ ਲੜੀਆਂ, ਪਰ ਮੁਗਲ ਸਮਰਾਜ ਆਪਣੇ ਆਪ ਤਾਂ ਵੀ ਬਹੁਤ ਪਾਵਰਫੁਲ ਸੀ ਓਬਵੀਅਸਲੀ। ਤਾਂ 1715 ਵਿੱਚ ਬੰਦਾ ਸਿੰਘ ਬਹਾਦਰ ਨੂੰ ਫੜ ਵੀ ਲਿਆ ਗਿਆ ਤੇ ਉਸ ਤੋਂ ਬਾਅਦ ਅਗਲੇ ਸਾਲ ਹੀ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ, ਠੀਕ ਹੈ। ਪਰ ਇਹਦੇ ਨਾਲ ਸਿੱਖ ਇੰਪਾਇਰ ਖਤਮ ਨਹੀਂ ਹੋਇਆ। ਜੋ ਬੰਦਾ ਸਿੰਘ ਬਹਾਦਰ ਨੇ ਜੋ ਰਚਨਾ ਰਚੀ ਸੀ, ਜੋ ਆਰਗੇਨਾਈਜੇਸ਼ਨ ਬਣਾਈ ਸੀ, ਜੋ ਖਾਲਸਾ ਦਾ ਸੁਪਨਾ ਅੱਗੇ ਵਧਾਇਆ ਸੀ, ਉਹਦੇ ਨਾਲ ਹੌਲੀ-ਹੌਲੀ ਸਿੱਖ ਇੰਪਾਇਰ ਫੈਲਣਾ ਸ਼ੁਰੂ ਹੋਇਆ ਪੂਰੇ ਏਰੀਆ ਵਿੱਚ। ਅੱਡ-ਅੱਡ ਏਰੀਆ ਤੇ ਅੱਡ-ਅੱਡ ਰਾਜੇ ਸਿੱਖ ਇੰਪਾਇਰ ਦੇ ਅੰਦਰ ਨਾਲ-ਨਾਲ ਜੁੜੇ। ਉਹ ਸਾਰਿਆਂ ਨੇ ਇੱਕ ਕਾਮਨ ਇੰਪਾਇਰ ਬਣਾਇਆ, ਜਿਹਨੂੰ ਆਪਾਂ ਸਿੱਖ ਇੰਪਾਇਰ ਕਹਿੰਦੇ ਆ, ਸਿੱਖ ਸਮਰਾਜ। ਤੇ ਆਪਣੇ ਆਪ 'ਚ ਜਿਹੜੀ ਇਹਨਾਂ ਨੇ ਆਰਗੇਨਾਈਜੇਸ਼ਨ ਹੁਣ ਰਾਜਿਆਂ ਨੇ ਆਪਸ 'ਚ ਬਣਾਈ, ਉਹ ਸੀਗੇ ਥੋੜੇ ਮਿਸਲ ਬਣਾਉਣ। ਹੁਣ ਮਿਸਲ ਕੀ ਹੁੰਦੇ ਆ? ਦੇਖੋ ਇੱਕ ਤੁਹਾਨੂੰ ਵਰਡ ਦੱਸਦਾ, ਕਨਫੈਡਰੇਸ਼ਨ। ਕਨਫੈਡਰੇਸ਼ਨ ਕੀ ਹੁੰਦਾ? ਕਨਫੈਡਰੇਸ਼ਨ ਦੇ ਅੰਦਰ ਨਾ ਤੁਹਾਡਾ ਕੋਈ ਵੀ ਜਿਹੜਾ, ਜਿਵੇਂ ਸਿੱਖ ਸਮਰਾਜ ਸੀਗਾ, ਇਹ ਇੱਕ ਕਨਫੈਡਰੇਟ ਇੰਪਾਇਰ ਸੀ। ਇੱਥੇ ਜਦੋਂ ਤੁਸੀਂ ਦੇਖੋਗੇ ਪੰਜਾਬੀ, ਠੀਕ ਹੈ, ਇਹ ਪੰਜਾਬ ਕਨਫੈਡਰੇਸੀ ਲਿਖਿਆ ਹੋਇਆ ਹੈ। ਇਹ ਕਨਫੈਡਰੇਸੀ ਦਾ ਮਤਲਬ ਕੀ ਹੈ? ਦੇਖੋ ਇਹਦੇ ਅੰਦਰ ਕੀ ਹੈ,
ਬਾਹਰਲੀ ਦੁਨੀਆ ਲਈ ਤੁਸੀਂ ਇੱਕ ਕਿੰਗਡਮ ਹੋ, ਪਰ ਤੁਹਾਡੇ ਅੰਦਰ ਬਹੁਤ ਸਾਰੇ ਅੱਡ-ਅੱਡ ਰਾਜੇ ਐਗਜ਼ਿਸਟ ਕਰਦੇ ਆ ਜੋ ਆਪਣੇ ਆਪਣੇ ਏਰੀਆ ਵਿੱਚ ਕੰਟਰੋਲ ਕਰਦੇ ਆ। ਆਪਣੇ ਏਰੀਆ ਵਿੱਚ ਉਹ ਟੈਕਸ ਲਗਾਉਣਗੇ, ਆਪਣੇ ਏਰੀਆ ਵਿੱਚ ਲਾਅ ਐਂਡ ਆਰਡਰ ਚਲਾਉਣਗੇ, ਸਭ ਕੁਝ ਆਪਣੇ ਏਰੀਆ ਦੇ ਅੰਦਰ ਕਰਨਗੇ, ਕੋਈ ਵੀ ਦੂਜੇ ਦੇ ਕੰਮ ਵਿੱਚ ਦਖਲ ਨਹੀਂ ਦਊਗਾ। ਠੀਕ ਹੈ, ਆਪਣਾ ਆਪਣਾ ਏਰੀਆ ਚਲਾਉਣਾ ਹੈ। ਹੁਣ ਆਪਣਾ ਏਰੀਆ ਚਲਾਓ, ਬਸ ਜਦੋਂ ਕੋਈ ਬਾਹਰ ਹਮਲਾ ਕਰਨ ਆ ਰਿਹਾ ਉਦੋਂ ਸਾਰੇ ਦੇ ਸਾਰੇ ਰਾਜਾ ਇਕੱਠੇ ਜੁੜ ਜਾਣਗੇ, ਜਾਂ ਕੋਈ ਵੀ ਸਿੱਖ ਇੰਪਾਇਰ ਲਈ ਕਾਮਨ ਫੈਸਲੇ ਲੈਣੇ ਆ, ਉਹਦੇ ਲਈ ਟਾਈਮ ਟੂ ਟਾਈਮ ਮੀਟਿੰਗ ਕਰਨਗੇ, ਤੇ ਉਹਦੇ ਲਈ ਸਾਰਾ ਇੰਪਾਇਰ ਇਕੱਠਾ ਹੈ, ਇਕੱਠੇ ਫੌਜ ਭੇਜਣਗੇ ਜਿਹਨੂੰ ਦਲ ਖਾਲਸਾ ਬੋਲਿਆ ਜਾਂਦਾ ਸੀ। ਪਰ ਜਿਹੜੇ ਇਹ ਛੋਟੇ ਛੋਟੇ ਕਿੰਗਡਮ ਸੀ ਆਪਣੇ ਅੰਦਰ, ਇਹ ਸੀਗੇ ਜਿਨ੍ਹਾਂ ਨੂੰ ਮਿਸਲਾਂ ਬੋਲਿਆ ਜਾਂਦਾ ਸੀ, ਮਿਸਲ ਬੋਲੇ ਜਾਂਦੇ ਸੀ। ਠੀਕ ਹੈ, ਫੌਜੀ ਸੰਘ ਸੀਗੇ ਇੱਕ ਤਰੀਕੇ ਨਾਲ, ਕਿ ਫੌਜੀ ਭਾਈਚਾਰਾ ਸੀ ਕਿ ਆਪਾਂ ਲੜਾਂਗੇ ਇਕੱਠੇ, ਰਵਾਂਗੇ ਇਕੱਠੇ, ਆਪਸ ਨਹੀਂ ਲੜਾਂਗੇ, ਬਾਕੀ ਦੁਨੀਆ ਲਈ ਆਪਾਂ ਲੜਾਂਗੇ। ਇਹਨਾਂ ਨੂੰ ਮਿਸਲਾਂ ਬਣੀਆਂ ਸੀ। ਇਹ ਤੁਹਾਡੇ ਯੂਪੀਐਸਸੀ ਦੇ ਪ੍ਰੀਵੀਅਸ ਈਅਰ ਪੇਪਰ ਦਾ ਕੁਐਸਚਨ ਹੈ, ਡਾਇਰੈਕਟ ਕੁਐਸਚਨ ਸੀ ਕਿ ਮਿਸਲ ਕੀ ਹੁੰਦੀ ਹੈ। ਤੁਹਾਡੇ ਪੰਜਾਬ ਵਿੱਚ ਵੀ ਆ ਸਕਦਾ ਹੈ, ਕਿਸੇ ਹੋਰ ਸਟੇਟ ਦਾ ਤੁਸੀਂ ਪੇਪਰ ਦੇਣਾ ਉਹਦੇ ਵਿੱਚ ਵੀ ਆ ਸਕਦਾ। ਠੀਕ ਹੈ, ਇਹਦੇ ਇਲਾਵਾ ਹਰ ਸਾਲ ਦੀਵਾਲੀ ਤੇ ਵਿਸਾਖੀ ਤੇ ਤੁਹਾਡੇ ਸਾਰੇ ਰਾਜੇ ਤੁਹਾਡੇ ਅੰਮ੍ਰਿਤਸਰ ਵਿੱਚ ਮਿਲਦੇ ਸੀ। ਉਸ ਮੀਟਿੰਗ ਨੂੰ ਗੁਰਮੱਥਾ ਬੋਲਿਆ ਜਾਂਦਾ ਸੀ। ਠੀਕ ਹੈ, ਇੱਕ ਤਰੀਕੇ ਨਾਲ ਗੁਰੂ ਵੱਲੋਂ ਆਰਡਰ ਕੀਤਾ ਜਾ ਰਿਹਾ ਕਿ ਪੂਰੇ ਸਿੱਖ ਇੰਪਾਇਰ ਨੂੰ ਹੋਣ, ਮਤਲਬ ਸਾਰੇ ਬਹਿ ਕੇ ਫੈਸਲੇ ਲੈਂਦੇ, ਡਿਸੀਜਨ ਲੈਂਦੇ, ਆਪਣੀਆਂ ਪ੍ਰੋਬਲਮਸ ਦੱਸਦੇ, ਆਪਸ ਕੋਈ ਝਗੜਾ ਉਹਨੂੰ ਸੋਲਵ ਕਰਦੇ, ਤੇ ਫਾਈਨਲੀ ਜੋ ਸਾਰੇ ਫੈਸਲੇ ਲਿੱਤੇ ਜਾਂਦੇ ਉਹਨੂੰ ਗੁਰਮੱਥਾ ਬੋਲਿਆ ਜਾਂਦਾ ਸੀ ਕਿ ਜੋ ਗੁਰੂ ਦਾ ਫੈਸਲਾ ਹੋ ਗਿਆ। ਠੀਕ ਹੈ, ਇਹਦੇ ਇਲਾਵਾ ਦੇਖੋ ਜਿਹੜਾ ਟੈਕਸ ਸਿੱਖ ਇੰਪਾਇਰ ਵਿੱਚ ਲੱਗਦਾ ਸੀ ਉਹਨੂੰ ਰਾਖੀ ਕਹਿੰਦੇ ਸੀ। ਇਹ 20% ਟੈਕਸ ਹੁੰਦਾ ਸੀ, ਜੋ ਵੀ ਰਾਖੀ ਦੋ, ਰਾਖੀ ਦਾ ਇੱਕ ਤਰੀਕੇ ਨਾਲ ਰਕਸ਼ਾ, ਪ੍ਰੋਟੈਕਸ਼ਨ, ਤੇ ਤੁਹਾਡੇ ਕਿਸੇ ਵੀ ਇਨਵੇਜਨ, ਜ਼ੁਲਮ, ਹਰ ਚੀਜ਼ ਤੋਂ ਅਸੀਂ ਬਚਾਵਾਂਗੇ, ਉਹਦੇ ਬਦਲੇ ਜੋ ਸਾਡਾ ਖਰਚਾ ਹੈ ਉਹ ਸਾਰਾ ਪੂਰਾ ਕਰਨ ਲਈ 20% ਟੈਕਸ ਲੱਗੂਗਾ। ਤੇ ਇਹ ਸਭ ਕੁਝ ਸੀ। ਠੀਕ ਹੈ, ਫਾਈਨਲੀ ਮਹਾਰਾਜਾ ਰਣਜੀਤ ਸਿੰਘ, ਇਹ ਵੀ ਇੱਕ ਮਿਸਲ ਦੇ ਹੀ ਓਰੀਜਨਲੀ ਰਾਜੇ ਸੀਗੇ। ਉਹਨਾਂ ਨੇ ਜਦੋਂ ਟੇਕ ਓਵਰ ਕੀਤਾ, ਉਹਨਾਂ ਨੇ ਬਾਕੀ ਸਾਰੇ ਮਿਸਲਸ ਨੂੰ ਆਪਣੇ ਅੰਡਰ ਕਰ ਲਿਆ। ਮਿਸਲ ਖਤਮ ਨਹੀਂ ਹੋਏ ਸੀ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੇ ਟਾਈਮ ਵੀ ਹੋਰ ਰਾਜੇ ਐਗਜ਼ਿਸਟ ਕਰਦੇ ਸੀ ਉਹਨਾਂ ਥੱਲੇ, ਤਾਂ ਹੀ ਉਹ ਮਹਾਰਾਜੇ ਸੀ, ਸਭ ਤੋਂ ਵੱਡੇ ਰਾਜੇ ਬਣ ਗਏ ਸੀ। ਇਹ ਪਹਿਲਾਂ ਨਹੀਂ ਐਗਜ਼ਿਸਟ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਪਹਿਲੇ ਤੇ ਆਖਰੀ ਵੀ, ਕਿਉਂਕਿ ਉਸ ਤੋਂ ਬਾਅਦ ਤਾਂ ਬਸ ਸਿੱਖ ਇੰਪਾਇਰ ਖਤਮ ਹੋਣਾ ਸ਼ੁਰੂ ਹੋ ਗਿਆ ਸੀ, ਤਾਂ ਉਹ ਆਖਰੀ ਹੀ ਜਿਹੜੇ ਕਾਫੀ ਲੰਬੇ ਟਾਈਮ ਤੱਕ ਮਤਲਬ ਬਣੇ ਆ ਮਹਾਰਾਜਾ, ਉਸ ਤੋਂ ਬਾਅਦ ਵੀ ਉਹਨਾਂ ਦੇ ਪਰਿਵਾਰ ਦੇ ਲੋਕ, ਪਰ ਉਹਨਾਂ ਨੂੰ ਬਹੁਤ ਛੇਤੀ ਕੋਈ ਨਾ ਕੋਈ ਕਿਸੇ ਨਾ ਕਿਸੇ ਨੇ ਮਾਰਤਾ। ਸਿੱਖ ਇੰਪਾਇਰ ਆਪਣੀ ਖੁਦ ਦੀ ਕਮਜ਼ੋਰੀਆਂ ਨਾਲ ਹੀ ਖਤਮ ਹੋਇਆ ਸੀ। ਠੀਕ ਹੈ, ਪਰ ਸਿੱਖ ਇੰਪਾਇਰ ਆਖਰੀ ਇੰਪਾਇਰ ਸੀ। ਪੂਰੇ ਬ੍ਰਿਟਿਸ਼ ਨੇ ਬਾਕੀ ਸਾਰੇ ਭਾਰਤ ਤੇ ਪਹਿਲਾਂ ਕਬਜ਼ਾ ਕਰ ਲਿਆ ਸੀ, ਸਿੱਖ ਇੰਪਾਇਰ ਆਖਰੀ ਇੰਪਾਇਰ ਸੀ ਜਿਹੜਾ ਬ੍ਰਿਟਿਸ਼ ਜੀ ਦੇ ਉੱਤੇ ਕਬਜ਼ਾ ਕਰ ਪਾਇਆ। ਉਹ ਵੀ ਇਸ ਲਈ ਕਬਜ਼ਾ ਕਰ ਪਾਏ ਸੀ ਕਿਉਂਕਿ ਆਪਸ ਚ ਸਿੱਖ ਇੰਪਾਇਰ ਦੇ ਅੰਦਰ ਹੀ ਬਹੁਤ ਸਾਰੀਆਂ ਲੜਾਈਆਂ ਹੋਣ ਲੱਗ ਗਈਆਂ ਸੀ ਪਾਵਰ ਨੂੰ ਲੈ ਕੇ। ਨਹੀਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੇ ਹੀ ਬਹੁਤ ਜ਼ਿਆਦਾ ਉਹਨਾਂ ਨੇ ਐਡਵਾਂਸਮੈਂਟ ਕੀਤੀ ਸੀ ਫੌਜ ਨੂੰ ਲੈ ਕੇ। ਉਹਨਾਂ ਨੇ ਫਰਾਂਸ ਤੋਂ ਜਨਰਲ ਵੀ ਹਾਇਰ ਕੀਤੇ ਸੀ, ਲੇਟੈਸਟ ਗਨਸ, ਆਰਟਲਰੀ, ਹਰ ਚੀਜ਼ ਰੱਖੀ ਹੋਈ ਸੀ। ਜਿੰਨੀ ਬ੍ਰਿਟਿਸ਼ ਆਰਮੀ ਮਾਡਰਨਾਈਜ਼ ਸੀ, ਉਨੀ ਸਿੱਖ ਆਰਮੀ ਮਾਡਰਨਾਈਜ਼ ਸੀ, ਤਾਂ ਡਾਇਰੈਕਟਲੀ ਉਹ ਟੱਕਰ ਨਹੀਂ ਲੈ ਸਕਦੇ ਸੀ। ਉਹ ਤਾਂ ਆਪਣੀਆਂ ਚੱਲਦੀਆਂ ਕਮਜ਼ੋਰੀਆਂ ਨਾਲ ਹੀ ਸਿੱਖ ਸਮਰਾਜ ਖਤਮ ਹੋ। ਹੁਣ ਮਰਾਠਾ ਸਮਰਾਜ ਬਾਰੇ ਗੱਲ ਕਰਾਂ, ਦੇਖੋ ਇਹ ਸਾਰੇ ਇੰਪਾਇਰ ਬਾਰੇ ਆਪਾਂ ਜ਼ਿਆਦਾ ਡਿਟੇਲ ਵਿੱਚ ਪੜਾਂਗੇ ਜਦੋਂ ਆਪਾਂ ਮੇਨ ਸਬਜੈਕਟਸ ਵੱਲ ਜਾਵਾਂਗੇ। ਉੱਥੇ ਮੈਂ ਤੁਹਾਨੂੰ ਇਹ ਸਾਰੀ ਚੀਜ਼ ਜਿਹੜਾ ਰੀਜਨਲ ਪਾਵਰ ਦਾ ਸਾਰਾ ਚੈਪਟਰ ਹੈ, ਇਹ ਇਸ ਤਰੀਕੇ ਨਾਲ ਸਮਝਾਉਂਗਾ ਕਿ ਭਾਰਤ ਦੇ ਅੱਡ ਹੋਰ ਵੀ ਆਪਾਂ ਕਿੰਗਡਮ ਬਾਰੇ ਪੜਾਂਗੇ, ਜਿਵੇਂ ਅਰਕਟ ਹੋ ਗਿਆ, ਬੰਗਾਲ ਦੇ ਬਾਰੇ, ਹੈਦਰਾਬਾਦ ਦੇ ਬਾਰੇ, ਸਾਰਿਆਂ ਬਾਰੇ ਵੀ ਡਿਟੇਲ ਨਾਲ ਪੜਾਂਗੇ। ਕਿਉਂਕਿ ਆਪਾਂ ਮੈਂ ਤੁਹਾਨੂੰ ਹਰ ਚੀਜ਼ ਇੱਕ ਸਟੋਰੀ ਵਾਂਗੂ ਸਮਝਾਉਂਗਾ, ਕਿਉਂਕਿ ਹਿਸਟਰੀ ਨੂੰ ਸਟੋਰੀ ਵਾਂਗੂ ਯਾਦ ਰੱਖਣਾ ਥੋੜਾ ਜ਼ਿਆਦਾ ਆਸਾਨ ਹੁੰਦਾ ਹੈ ਕਿ ਕਿਸ ਤਰੀਕੇ ਨਾਲ ਇਹ ਸਾਰੇ ਇੰਪਾਇਰ ਟੁੱਟੇ ਤੇ ਫਿਰ ਕਿਸ ਤਰੀਕੇ ਨਾਲ ਦੁਆਰਾ ਤੋਂ ਕਬਜ਼ਾ ਹੋ ਗਿਆ ਇਹਨਾਂ ਉੱਤੇ। ਠੀਕ ਹੈ, ਤਾਂ ਮਰਾਠਾ ਸਮਰਾਜ ਦੀ ਗੱਲ ਕਰੇ, ਦੇਖੋ ਇਸੇ ਤਰੀਕੇ ਨਾਲ ਮਰਾਠਾ ਇੰਪਾਇਰ ਵੀ ਕਨਫੈਡਰੇਸੀ ਹੀ ਸੀ ਜਿਵੇਂ ਸਿੱਖ ਇੰਪਾਇਰ ਸੀ। ਇੱਥੇ ਵੀ ਤੁਹਾਡੇ ਛਤਰਪਤੀ ਸ਼ਿਵਾਜੀ ਨੇ ਅੱਡ-ਅੱਡ ਜਿਹੜੇ ਕੁਝ ਪਰਿਵਾਰ ਸੀਗੇ ਉਹਨਾਂ ਨੂੰ ਇਕੱਠਾ ਕੀਤਾ, ਜਿਨ੍ਹਾਂ ਨੂੰ ਦੇਸ਼ ਮੁਖੀ ਬੋਲਿਆ ਜਾਂਦਾ ਸੀ। ਮੁਖੀ, ਠੀਕ ਹੈ, ਠੀਕ ਹੈ, ਸਰ ਦੇਸ਼ਮੁਖੀ, ਸੌਰੀ ਦੇਸ਼ਮੁਖ, ਹਾਂ ਦੇਸ਼ਮੁਖ ਆਣਾ ਸੀ, ਮੁਖ ਆਣਾ ਹੀ ਨਹੀਂ ਸੀ। ਦੇਸ਼ਮੁਖ ਜਿਨ੍ਹਾਂ ਨੂੰ ਬੋਲਿਆ ਜਾਂਦਾ ਸੀ, ਕੁਝ ਇਦਾਂ ਦੇ ਤੁਹਾਡੇ ਪਰਿਵਾਰ ਇਕੱਠੇ ਕੀਤੇ। ਉਹ ਵੀ ਅੱਡ-ਅੱਡ ਏਰੀਆ ਕੰਟਰੋਲ ਕਰਦੇ ਸੀ ਮਰਾਠਾ ਇੰਪਾਇਰ ਦਾ,
ਤੇ ਆਪਣੇ ਆਪਣੇ ਏਰੀਆ 'ਚ ਆਪਣੇ ਆਪਣੇ ਰੂਲ ਟੈਕਸੇਸ਼ਨ ਸਭ ਕੁਝ ਚਲਾਉਂਦੇ ਸੀ। ਬਸ ਜਦੋਂ ਮਰਾਠਾ ਇੰਪਾਇਰ ਨੇ ਲੜਨਾ ਹੁੰਦਾ ਸੀ ਉਦੋਂ ਫੌਜਾਂ ਜੋੜ ਲੈਂਦੇ ਸੀ, ਫਿਰ ਸਾਰੇ ਦੇ ਸਾਰੇ ਇਕੱਠੇ ਲੜਦੇ ਸੀ। ਸੇਮ ਉਹੀ ਵਾਲਾ ਕਨਸੈਪਟ, ਠੀਕ ਹੈ। ਤੇ ਇੱਥੇ ਜਿਹੜੇ ਇਲਾਕਿਆਂ ਤੇ ਇਹਨਾਂ ਨੇ ਕਬਜ਼ਾ ਕੀਤਾ ਸੀ, ਉੱਥੇ ਜਿਹੜੇ ਇਹ ਟੈਕਸਿਸ ਲਗਾਉਂਦੇ ਸੀ ਉਹਨੂੰ ਬੋਲਿਆ ਜਾਂਦਾ ਸੀ ਚੌਥ। ਚੌਥ ਦਾ ਮਤਲਬ ਹੁੰਦਾ 1/4। ਤਾਂ ਜਿੰਨਾ ਵੀ ਪ੍ਰੋਡਿਊਸ ਹੁੰਦਾ ਸੀ ਉਹਦਾ 1/4 ਯਾਨੀ ਕਿ 25% ਤੁਹਾਡੇ ਟੈਕਸ ਤੁਸੀਂ ਮਰਾਠਾ ਇੰਪਾਇਰ ਨੂੰ ਦੇਣਾ। ਇਹਦੇ ਇਲਾਵਾ ਇੱਕ ਹੋਰ ਵੀ ਟੈਕਸ ਲੱਗਦਾ ਸੀ ਜਿਹਨੂੰ ਕਹਿੰਦੇ ਸਰਦੇਸ਼ਮੁਖੀ। ਦੇਖੋ ਹੁਣ ਇਸ ਚੀਜ਼ ਕੀ ਫਰਕ ਸੀ, ਆ ਦੇਖੋ ਮਰਾਠਾ ਇੰਪਾਇਰ ਹੁਣ ਐਡਾ ਵੱਡਾ ਇਲਾਕਾ ਸਾਰੇ ਤੇ ਕਬਜ਼ਾ ਕਰਕੇ ਬੈਠੇ ਹੈ। ਹੁਣ ਆ ਜਿੰਨਾ ਵੀ ਇਲਾਕਾ ਜਿੰਨੇ ਤੇ ਵੀ ਮਰਾਠਾ ਇੰਪਾਇਰ ਫੈਲ ਗਿਆ ਤੇ ਹੋਰ ਵੀ ਕਈ ਕਿੰਗਡਮ ਜਿਵੇਂ ਹੈਦਰਾਬਾਦ ਦਾ ਕਿੰਗਡਮ ਹੋ ਗਿਆ, ਠੀਕ ਹੈ, ਦਕਸ਼ਿਣ ਸਾਲਾਂ ਦਾ ਕਿੰਗਡਮ, ਇਹਨਾਂ ਉੱਤੇ ਮਰਾਠਾ ਨੇ ਹਮਲਾ ਕੀਤਾ ਸੀ। ਇਹਨਾਂ ਨੂੰ ਸਿਰਫ ਇਹ ਕਹਿੰਦੇ ਸੀ ਸਾਡਾ ਟੈਕਸ ਪੇ ਕਰਿਓ, ਜਿਹੜਾ ਚੌਥ ਆ, ਜਿਹੜਾ 1/4 ਟੈਕਸ ਹੈ ਉਹ ਤੁਸੀਂ ਵੀ ਦੇਣਾ। ਇੱਕ ਹੋਰ ਟੈਕਸ ਸੀ ਜਿਹਨੂੰ ਆਪਾਂ ਸਰਦੇਸ਼ਮੁਖੀ ਕਹਿੰਦੇ ਆ। ਉਹ ਸਰਦੇਸ਼ਮੁਖੀ ਵਾਲਾ ਕਿਹੜਾ ਟੈਕਸ ਸੀ, ਦੇਖੋ ਜਿਹੜਾ ਮਰਾਠਾ ਐਮਪਰਰ ਹੈ, ਜਿਹੜੇ ਮਰਾਠਾ ਦਾ ਆਪਣਾ ਖੁਦ ਦਾ ਐਮਪਰਰ ਹੈ, ਜਿਵੇਂ ਸ਼ਾਹੂ ਜੀ ਮਹਾਰਾਜ ਰਹੇ ਆ, ਪਹਿਲਾਂ ਛਤਰਪਤੀ ਸ਼ਿਵਾਜੀ ਰਹੇ ਆ, ਬਾਅਦ ਸ਼ਾਹੂ ਜੀ ਰਹੇ ਆ, ਉਹਨਾਂ ਨੇ ਇੱਕ ਏਰੀਆ ਮਾਰਕ ਕੀਤਾ ਹੋਇਆ ਸੀ ਕਿ ਦੇਖੋ ਜਿਹੜਾ ਆਹ ਏਰੀਆ ਹੈ ਇਹ ਤਾਂ ਅਸੀਂ ਮੰਨਦੇ ਹਾਂ ਕਿ ਇਹ ਸਾਡਾ ਆਪਣਾ ਰਾਜਾ ਕਹਿੰਦਾ ਸੀ ਕਿ ਮੇਰਾ ਪਰਸਨਲ ਏਰੀਆ ਹੈ। ਪਰ ਜਿਵੇਂ ਹੁਣ ਆਹ ਦੇਖ ਲਓ, ਹੁਣ ਇਸ ਇਲਾਕੇ ਤੇ ਹੈਦਰਾਬਾਦ ਨੂੰ ਬੋਲਿਆ ਜਾਂਦਾ ਸੀ ਕਿ ਤੁਸੀਂ ਰੂਲ ਕਰ ਰਹੇ ਹੋ, ਤਾਂ ਇਹਦੇ ਉੱਤੇ ਤੁਸੀਂ ਚੌਥ ਤਾਂ ਦੇਣਾ ਹੀ ਦੇਣਾ ਹੈ। ਪਰ ਕਿਉਂਕਿ ਰਾਜਾ ਇਹਨੂੰ ਪਰਸਨਲੀ ਕਲੇਮ ਕਰ ਰਿਹਾ ਕਿ ਆ ਮੇਰੀ ਹੀ ਟੈਰੀਟਰੀ ਦਾ ਪਾਰਟ ਹੋਣਾ ਚਾਹੀਦਾ ਸੀ, ਤੁਹਾਨੂੰ ਰਾਜੇ ਨੂੰ ਅੱਡ ਤੋਂ ਇੱਕ ਟੈਕਸ ਦੇਣਾ ਪੈਣਾ ਹੈ ਜੋ 1/4 ਦਾ 10% ਹੋਊ। ਹੁਣ ਇਹਦਾ ਕੀ ਮਤਲਬ ਹੈ, ਲੈਟਸ ਸਪੋਜ਼ ਜਿਹੜਾ ਆਹ ਏਰੀਆ ਹੈ, ਇਸ ਏਰੀਆ ਵਿੱਚ ਰੈਵਨਿਊ ਜਿਹੜਾ ਕਲੈਕਟ ਕੀਤਾ ਗਿਆ ਉਹ 400 ਰੁਪਏ ਕਲੈਕਟ ਕੀਤਾ ਗਿਆ। ਯਾਨੀ ਕਿ ਪਹਿਲਾਂ ਤਾਂ ਮਰਾਠਾ ਇੰਪਾਇਰ ਨੂੰ ਤੁਸੀਂ ਟੈਕਸ ਦੇਣਾ, ਚੌਥ ਦੇਣਾ ਹੈ, 1/4 ਹੋਇਆ ਯਾਨੀ ਕਿ 100 ਰੁਪਏ ਉਹ ਪੇ ਕਰਨੇ ਪੈਣੇ। ਉਹਦੇ ਇਲਾਵਾ ਜਿਹੜਾ ਮਰਾਠਾਸ ਦੇ ਰਾਜੇ ਨੂੰ ਅੱਡ ਤੋਂ ਟੈਕਸ ਦੇਣਾ ਉਹ ਹੈਗਾ ਆਹ 100 ਰੁਪਏ ਦਾ 10%, ਯਾਨੀ ਕਿ 10 ਰੁਪਏ ਹੋਰ ਦੇਣੇ ਪੈਣੇ ਆ ਇੱਕ ਸਰਦੇਸ਼ਮੁਖੀ ਕੱਟ ਟੈਕਸ ਨਾਲ। ਕਿਉਂ? ਕਿਉਂਕਿ ਉਹ ਰਾਜਾ ਕਹਿੰਦਾ ਕਿ ਆਹ ਓਰੀਜਨਲੀ ਇਲਾਕਾ ਹੀ ਮੇਰਾ ਹੋਣਾ ਚਾਹੀਦਾ ਸੀ, ਤੁਸੀਂ ਇਹਨੂੰ ਕੰਟਰੋਲ ਕਰ ਰਹੇ ਹੋ ਤਾਂ ਤੁਹਾਨੂੰ ਇੱਕ ਅੱਡ ਤੋਂ ਮੈਨੂੰ ਟੈਕਸ ਦੇਣਾ ਪਊਗਾ ਜੋ ਮੈਂ ਤੁਹਾਡੇ ਉੱਤੇ ਇੰਪੋਜ਼ ਕਰ ਰਿਹਾ। ਤਾਂ ਇਸ ਤਰੀਕੇ ਨਾਲ ਜਿਹੜੇ ਇਲਾਕੇ 'ਚ ਇਦਾਂ ਕੋਈ ਹੋਰ ਰਾਜੇ ਕਬਜ਼ਾ ਕਰਕੇ ਬੈਠੇ ਸੀ ਉਹਨਾਂ ਉੱਤੇ ਸਰਦੇਸ਼ਮੁਖੀ ਵੀ ਲਾਈ ਜਾਂਦੀ ਸੀ। ਠੀਕ ਹੈ, ਇਹ ਸੀਗਾ ਤੁਹਾਡਾ ਅੱਜ ਦਾ ਲੈਕਚਰ। ਥੈਂਕ ਯੂ ਐਂਡ ਸੀ।